ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਆ ਸਟੂਡੀਓ ਤੋਂ ਬਾਹਰ ਹੋ ਸਕਦਾ ਕੋਈ ਦਿੱਕਤ ਆਵੇ ਟੈਕਨੀਕਲੀ, ਪਰ ਇੱਕ ਗੱਲ ਜ਼ਰੂਰ ਆ ਵੀ ਅਸੀਂ ਖਬਰਾਂ ਦੀ ਲੜੀ ਅਖੀਰ ਤੱਕ ਟੁੱਟਣ ਨਹੀਂ ਦੇਣੀ। ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਕੋਟਕਪੂਰਾ ਮਾਮਲੇ ਦੇ ਵਿੱਚ ਬਾਦਲ ਕਿਆਂ ਨੂੰ ਚਲਾਨ ਦੀ ਕਾਪੀ ਦੇਣ ਤੋਂ ਮਨਾ ਕੀਤਾ ਜਾਂਦਾ ਔਰ 23 ਤਰੀਕ ਨੂੰ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ। ਜੀ ਤਫਸੀਲ ਸਾਂਝੀ ਕਰਾਂਗੇ ਤੁਹਾਡੇ ਨਾਲ। ਦੂਜੀ ਖਬਰ, ਜੰਗੇ ਆਜ਼ਾਦੀ ਯਾਦਗਾਰ ਜਲੰਧਰ ਦੇ ਵਿੱਚ ਸਥਿਤ ਹੈ ਔਰ ਬਾਦਲ ਸਰਕਾਰ ਵੇਲੇ ਇੱਕ ਬੜਾ ਪ੍ਰੋਮੀਨੈਂਟ ਪ੍ਰੋਜੈਕਟ ਸੀਗਾ, ਜਿਹਨੂੰ ਜਲੰਧਰ ਤੋਂ ਛਪਦੇ ਇੱਕ ਵੱਡੇ ਅਖਬਾਰ ਦੇ ਮੁੱਖ ਸੰਪਾਦਕ ਦੀ ਨਿਗਰਾਨੀ 'ਚ ਸਿਰੇ ਚਾੜਿਆ ਗਿਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਫਿਕਰ ਜ਼ਾਹਰ ਕੀਤੇ ਸੀ ਕਿ ਇਸ ਪ੍ਰੋਜੈਕਟ 'ਚ ਸ਼ਾਮਲ ਰਹੇ ਅਫਸਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਬੀਤੇ ਕੱਲ ਇਸ ਸੰਬੰਧੀ ਲਖਵਿੰਦਰ ਜੌਲ, ਜਿਹੜੇ ਕਿ ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ ਨੇ ਔਰ ਅੱਜ ਕੱਲ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਕਰਤਾ ਧਰਤਾ ਨੇ ਤੇ ਪੰਜਾਬੀ ਆਰਟਸ ਕੌਂਸਲ ਦੇ ਵਿੱਚ ਵੀ ਅਹਿਮ ਅਹੁਦਿਆਂ ਤੇ ਨੇ। ਇਸ ਤੋਂ ਇਲਾਵਾ ਵੀ ਉਹ ਕਾਫੀ ਸਰਗਰਮ ਤੇ ਕਈ ਅਹੁਦੇਦਾਰੀਆਂ ਰੱਖਦੇ ਨੇ। ਉਹਨਾਂ ਨੂੰ ਵਿਜੀਲੈਂਸ ਨੇ ਸੱਦਿਆ ਸੀ। ਤਫਸੀਲ ਭਾਸਕਰ ਸਾਹਿਬ ਦੇਣਗੇ। ਇੰਦਰਪ੍ਰੀਤ ਜੀ ਕੱਲ ਸੱਤਾ ਦੇ ਗਲਿਆਰਿਆਂ 'ਚ ਘੁੰਮਦੇ ਸੀ, ਥੋਕ 'ਚ ਬਦਲੀਆਂ ਹੋਈਆਂ। ਫਿਰ ਲੋਕ ਸੰਪਰਕ ਵਾਲੇ ਭੰਡਾਰੀ ਸਾਹਿਬ ਵੀ ਬਦਲਤੇ ਨੇ ਤੇ ਗੁਰਕੀਰਤ ਕਿਰਪਾਲ ਨੂੰ ਇੱਕ ਵਾਰੀ ਮੁੜ ਕੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਆ। ਅਨੁਰਾਗ ਅਗਰਵਾਲ ਵੀ ਅਹਿਮ ਜਗ੍ਹਾ ਲਾਏ ਗਏ ਨੇ। ਪਰ ਇਹਨਾਂ ਬਦਲੀਆਂ ਦੇ ਪਿੱਛੇ ਪੋਲਿਟਿਕਸ ਕਿਹੜੀ ਪਈ ਆ, ਤੁਹਾਡੇ ਨਾਲ ਸਾਂਝੀ ਕਰਦੇ ਆ। ਇੰਦਰਪ੍ਰੀਤ ਜੀ ਕੱਲ ਚੀਫ ਸੈਕਟਰੀ ਸਾਹਿਬ ਕੋਲ ਵੀ ਬੈਠੇ ਸੀ। ਜਿਹੜੀ ਪ੍ਰਧਾਨ ਮੰਤਰੀ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਹੈ, ਉਹਦੇ ਵਿੱਚ ਕੀ ਕਾਰਵਾਈ ਹੋ ਰਹੀ ਹੈ? ਕਿਉਂਕਿ ਸਾਬਕਾ ਡੀਜੀਪੀ ਤੇ ਇੱਕ ਚੀਫ ਸੈਕਟਰੀ ਪੱਧਰ ਦੇ ਅਧਿਕਾਰੀ ਨੂੰ ਸਜ਼ਾ ਲੱਗਣ ਦਾ ਮਾਮਲਾ, ਸਾਡੀ ਦਿਲਚਸਪੀ ਤਾਂ ਰਹੂਗੀ ਇਹ ਤੇ ਕਾਰਵਾਈ ਕੀ ਹੋਈ ਹੈ ਹੁਣ ਤੱਕ, ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਕਾਫੀ ਸਾਰੀਆਂ ਹੋਰ ਖਬਰਾਂ, ਜੇ ਮੈਂ ਗਿੱਲਾ ਪੀਣ ਪਾ ਕੇ ਬਹਿ ਗਿਆ ਤੁਸੀਂ ਕਹਿਣਾ ਹਟਦਾ ਨਹੀਂ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਚੱਲੀਏ ਜਿਹੜੀ ਜੰਗੇ ਆਜ਼ਾਦੀ ਦੇ ਮਾਮਲੇ 'ਚ ਵਿਜੀਲੈਂਸ ਦੀ ਸਰਗਰਮੀ ਹੋਈ ਹੈ। ਕਾਫੀ ਅਹਿਮ ਸਰਗਰਮੀ ਹੈ। ਜਲੰਧਰ ਦੀ ਚੋਣ ਹੈ, ਉਹ ਖਿੱਤਾ ਬੜਾ ਅਹਿਮ ਹੈਗਾ। ਉਸ ਤੋਂ ਵੀ ਪਹਿਲਾਂ ਬਾਦਲਾਂ ਨੇ, ਜਦੋਂ ਸੁਖਬੀਰ ਸਿੰਘ ਬਾਦਲ ਨੇ ਚਲਾਨ ਦੀ ਕਾਪੀ ਮੰਗੀ ਕੋਟਕਪੂਰਾ ਮਾਮਲੇ 'ਚ, ਜਿੱਥੇ ਉਹਨਾਂ ਨੂੰ ਨਾਮਜ਼ਦ ਕੀਤਾ ਐਲਕੇ ਯਾਦਵ ਦੀ ਅਗਵਾਈ ਵਾਲੀ SIT ਨੇ, ਉਹਨਾਂ ਨੂੰ ਨਾ ਹੋ ਗਈ, ਚਲਾਨ ਦੀ ਕਾਪੀ ਮਿਲੀ ਨਹੀਂ। ਆਮ ਤੌਰ ਤੇ ਇੰਜ ਹੁੰਦਾ ਨਹੀਂ। 23 ਨੂੰ ਉਹਨਾਂ ਨੇ ਪੇਸ਼ ਹੋਣਾ ਤੇ ਦਿਹਾੜੀ ਖੰਡ ਦੇ ਵਿੱਚ ਉਹਨਾਂ ਦੀ ਸੈਸ਼ਨ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਵੀ ਲੱਗੀ ਹੋਈ। ਗੱਲ ਨੂੰ ਅੱਗੇ ਤੋਰੋ ਜਰਾ। ਜਿੱਥੇ ਤੱਕ ਬਾਦਲਾਂ ਦੇ ਉਸ ਚਲਾਨ ਦੀ ਕਾਪੀ ਦੀ ਮੰਗਣ ਦੀ ਗੱਲ ਹੈਗੀ ਹੈ, ਤੇ ਕੱਲ ਕੋਰਟ ਨੇ, ਫਰੀਦਕੋਟ ਕੋਰਟ ਨੇ ਸਿਰੇ ਤੋਂ ਨਾ ਕਰਤੀ। ਹਾਲਾਂਕਿ ਇਹ ਵਜ੍ਹਾ ਸਮਝ ਤੇ ਨਹੀਂ ਆਈ ਕਿ ਚਲਾਨ ਦੀ ਕਾਪੀ ਬਾਦਲਾਂ ਨੂੰ ਕਿਉਂ ਨਹੀਂ ਦਿੱਤੀ, ਪਰ ਇਹ ਗੱਲ ਜ਼ਰੂਰ ਸਮਝ ਆਈ ਕਿ ਬਾਦਲਾਂ ਨੇ ਆਪਣੀ ਅਗਰਿਮ ਜ਼ਮਾਨਤ ਵਾਸਤੇ ਵੀ ਇੱਕ ਪਟੀਸ਼ਨ ਪਾਈ ਹੋਈ ਹੈ। ਉਸ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਸ਼ਾਇਦ ਕੱਲ ਪਰਸੋਂ ਹੀ ਹੈਗੀ ਹੈ। ਪਰ ਚਲਾਨ ਦੀ ਕਾਪੀ ਨਾ ਦੇਣਾ, ਇਹਦਾ ਮਤਲਬ 23 ਨੂੰ ਜਦ ਬਾਦਲ ਪੇਸ਼ ਹੋਣਗੇ ਜਾਂ ਹੋਰ ਐਕਿਊਜ਼, ਜਿੰਨੇ ਵੀ ਐਕਿਊਜ਼ਡ ਉਸ ਚਲਾਨ ਦੇ ਵਿੱਚ ਬਣਾਏ ਗਏ ਨੇ, ਉਹਨਾਂ ਨੂੰ ਇਹ ਕਾਪੀ ਫੜਾਈ ਜਾਏਗੀ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਔਰ 23 ਮਾਰਚ ਨੂੰ ਹੀ, ਤੁਹਾਨੂੰ ਯਾਦ ਹੋਏਗਾ, ਜਦ ਕੋਟਕਪੂਰਾ ਬਾਈਬਲ ਕਲਾ ਦੇ ਵਿੱਚ, ਜਿਹੜਾ ਕੋਟਕਪੂਰਾ ਦੇ ਵਿੱਚ ਕੇਸ ਕੀਤਾ ਸੀਗਾ ਪ੍ਰਦਰਸ਼ਨਕਾਰੀਆਂ ਦੇ ਖਿਲਾਫ, ਉਹ ਵੀ ਪਿੱਛੇ ਖਾਰਿਜ ਕਰਤਾ ਸੀ। ਔਰ ਉਹਦੇ ਵਿੱਚ ਵੀ ਕੁਝ ਪੁਲਿਸ ਕਰਮੀਆਂ, ਖਾਸ ਕਰਕੇ ਸੁਮੀਤ ਸਿੰਘ ਸੈਣੀ, ਪਰਮਰਾਜ ਉਮਰਾ ਨੰਗਲ ਔਰ ਗੁਰਦੀਪ ਸਿੰਘ, ਉਸ ਟਾਈਮ ਦੇ SHO, SSP ਸੁਰਿੰਦਰ ਸਿੰਘ ਮਾਨ ਫਰੀਦਕੋਟ ਦੇ SSP ਹੁੰਦੇ ਸੀ, ਉਹਨਾਂ ਨੂੰ ਅਕਿਊਜ਼ਡ ਬਣਾਇਆ ਕਿ ਝੂਠਾ ਕੇਸ ਦਰਜ ਕਰਨ ਵਾਸਤੇ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਏਗੀ। ਔਰ 23 ਮਾਰਚ ਨੂੰ ਉਹਨਾਂ ਨੂੰ ਵੀ ਪੇਸ਼ ਹੋਣਾ ਹੈ। 23 ਮਾਰਚ ਨੂੰ ਫਰੀਦਕੋਟ ਕੋਰਟ ਦੇ ਵਿੱਚ ਜਿੰਨੀ ਕੁ ਰੌਣਕ ਲੱਗਣੀ ਹੈ, ਬਾਦਲਾਂ ਤੋਂ ਲੈ ਕੇ ਉਹ तमाम ਪੁਲਿਸ ਆਫੀਸਰ ਜਿਨ੍ਹਾਂ ਦੇ ਉੱਤੇ ਗੋਲੀकांड ਦੇ ਔਰ ਬੇਅਦਬੀ ਤੇ, ਖੈਰ ਚਲੋ ਉਹ ਤੇ ਪਹਿਲੇ ਹੋਈ ਸੀਗੀ, ਗੋਲੀकांड ਦੇ ਜਿਹੜੇ ਆਰੋਪ ਲੱਗਦੇ ਨੇ, ਉਹ ਸਾਰੇ ਅਕਿਊਜ਼ਡ ਉਸ ਦਿਨ ਫਰੀਦਕੋਟ ਕੋਰਟ ਦੇ ਵਿੱਚ ਪੇਸ਼ ਹੋਣਗੇ। ਭਾਸਕਰ ਸਾਹਿਬ, ਇੱਕ ਸਵਾਲ ਹੋਰ ਹੈ। ਅੱਜ ਇੱਕ ਅੰਗਰੇਜ਼ੀ ਦੀ ਵੱਡੀ ਅਖਬਾਰ 'ਚ SIT ਵੱਲੋਂ ਦਿੱਤਾ, ਮੈਂ ਇਸ਼ਤਿਹਾਰ ਦੇਖ ਰਿਹਾ ਸੀ, ਜਿਸ 'ਚ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਪਛਾਣ ਲਈ ਫੋਟੋਆਂ ਦਿੱਤੀਆਂ ਗਈਆਂ। ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ WhatsApp ਨੰਬਰ ਤੇ ਜਾਂ ਈਮੇਲ ਰਾਹੀਂ ਇਹਨਾਂ ਦੀ ਪਛਾਣ ਕਰਨ 'ਚ ਸਾਡੀ ਮਦਦ ਕਰੋ। ਉਹ ਲੱਗਦਾ ਜਿਵੇਂ ਸੰਗਤ ਦੇ ਰੂਪ 'ਚ ਹੈ। ਇੱਕ ਪੁਲਿਸ ਅਧਿਕਾਰੀ ਜਿਹੜੇ ਕਿ ਇਹਦੇ 'ਚ ਸ਼ਾਮਲ ਨੇ, ਉਹਨਾਂ ਨੇ ਮੈਨੂੰ ਕੁਝ ਕਲਿੱਪਸ ਭੇਜ ਕੇ ਕਿਹਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਇਹ ਕਹਿ ਰਹੇ ਹੋ ਕਿ ਉੱਥੇ ਹਿੰਸਾ ਹੋਈ ਨਹੀਂ, ਜਿਹੜੀਆਂ ਗੱਡੀਆਂ ਸਾੜੀਆਂ ਗਈਆਂ, ਜਿਹੜੇ ਹਿੰਸਕ ਪ੍ਰਦਰਸ਼ਨਕਾਰੀ ਸੀਗੇ ਸੰਗਤ ਦੇ ਰੂਪ ਦੇ ਵਿੱਚ, ਤੁਸੀਂ ਉਹਨਾਂ ਨੂੰ ਕਿਵੇਂ ਕਰੋਗੇ? ਮੇਰੇ ਨਾਲ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਸ ਹਾਈ ਕੋਰਟ ਦੀ ਸੁਣਵਾਈ ਦੌਰਾਨ ਜਸਟਿਸ ਸ਼ਰਾਵਤ ਨੇ ਕੁਮਰ ਵਿਜੇ ਪ੍ਰਤਾਪ ਦੀ SIT ਰਿਪੋਰਟ ਖਾਰਜ ਕੀਤੀ ਹੈ,
ਉਹਦੇ 80 ਜੱਜਮੈਂਟ ਦੇ 80 ਨੰਬਰ ਪੇਜ ਦੇ ਉੱਤੇ ਜ਼ਿਕਰ ਕੀਤਾ ਗਿਆ ਕਿ ਨਹੀਂ, ਉਹ ਸ਼ਾਂਤਮਈ ਨਹੀਂ ਸੀ ਪ੍ਰਦਰਸ਼ਨਕਾਰੀ, ਜਾਂ ਇਸ ਤਰ੍ਹਾਂ ਦੀਆਂ ਕੁਝ ਟਿੱਪਣੀਆਂ, ਇਹ ਮੈਨੂੰ ਯਾਦ ਕਰਾਇਆ ਗਿਆ। ਹਾਲਾਂਕਿ ਮੈਂ ਉਹ ਗੋ ਥਰੂ ਨਹੀਂ ਹੋ ਸਕਿਆ ਉਹ ਕਲਿਪਸ ਦੇ ਵਿੱਚੋਂ ਦੀ, ਔਰ ਨਾ ਮੈਂ 80 ਨੰਬਰ ਪੇਜ ਨੂੰ ਦੇਖ ਸਕਿਆ ਕਾਲੀ ਦੇ ਵਿੱਚ। ਇਸ ਕਰਕੇ ਇਹ ਵੀ ਇੱਕ ਪਹਿਲੂ ਨਾਲ ਨਾਲ ਚੱਲਦਾ ਹੈ ਕਿ ਇੱਥੇ ਕਾਫੀ ਬਹਿਸ ਹੋਣ ਵਾਲੀ ਹੈ। ਅਗਲੇ ਦਿਨਾਂ ਦੇ ਵਿੱਚ ਪੂਰੀ ਕਸ਼ਮਕਸ਼ ਹੋਊਗੀ, ਕੋਰਟ ਦੇ ਵਿੱਚ ਇੰਨਾ ਆਸਾਨ ਨਹੀਂ ਹੋਊਗਾ। ਸ਼ਾਇਦ ਇਸੇ ਕਰਕੇ SIT ਕਾਫੀ ਪੇਸ਼ਬੰਦੀਆਂ ਨਾਲ ਪੇਸ਼ ਹੋ ਰਹੀ ਹੈ ਔਰ ਕਾਫੀ ਔੜ-ਪੌੜ ਕਰ ਰਹੀ ਹੈ ਕਿ ਉਹ ਪੁਖਤਾ ਤੱਥ ਲੱਭ ਲਵੇ, ਪੁਖਤਾ ਤੱਥ ਜਿਹੜੇ ਕੋਰਟ 'ਚ ਪੇਸ਼ ਕੀਤੇ ਜਾ ਸਕਣ, ਤਾਂ ਕਿ ਕੋਈ ਵੀ ਕਮੀ ਨਾ ਰਵੇ। ਇਹ ਨਾ ਹੋਵੇ ਕਿ ਪਿਛਲੀ ਵਾਂਗ ਇੱਥੇ ਵੀ ਸਰਕਾਰ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਔਰ ਫਿਰ ਸਿੱਖ ਸੰਗਤ ਦੇ ਰੋਹ ਦਾ ਸ਼ਿਕਾਰ ਤਾਂ ਹੋਣਾ ਹੀ ਪਏਗਾ। ਜੀ ਬਿਲਕੁਲ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ LK ਯਾਦਵ ਜਿਹੜੇ SIT ਦੇ ਮੁਖੀ ਨੇ, ADGP, ਉਹਨਾਂ ਨੇ ਅਖਬਾਰ ਦੇ ਵਿੱਚ ਖਬਰ ਦੇ ਕੇ ਵੀ ਔਰ ਐਡਵਰਟਾਈਜ਼ਮੈਂਟ ਦੇ ਕੇ ਵੀ ਉਹਨਾਂ तमाम ਲੋਕਾਂ ਨੂੰ ਕੁਝ ਫੋਟੋ ਨਸ਼ਰ ਕਰਕੇ ਕਿ ਇਹਨਾਂ ਫੋਟੋਆਂ ਨੂੰ ਪਛਾਣਨ ਵਾਲੇ ਮੈਨੂੰ ਸਿੱਧੇ ਸੰਪਰਕ ਕਰ ਸਕਦੇ ਨੇ 16 ਤਰੀਕ, 23 ਤਰੀਕ ਤੇ 30 ਮਾਰਚ ਨੂੰ। ਉਹਨਾਂ ਨੇ ਬਕਾਇਦਾ ਇੱਕ WhatsApp ਨੰਬਰ ਵੀ ਦਿੱਤਾ ਹੈ ਕਿ ਜੋ ਵੀ ਇਦਾਂ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਕਿ ਚਲਾਨ ਪੇਸ਼ ਕਰਨ ਤੋਂ ਬਾਵਜੂਦ ਹਜੇ ਫਿਰ ਵੀ SIT ਕੁਝ ਸਬੂਤਾਂ ਦੀ ਤਲਾਸ਼ ਦੇ ਵਿੱਚ ਹੈ ਔਰ ਉਹਨਾਂ ਸਬੂਤਾਂ ਦੇ ਰਾਹੀਂ ਕੋਰਟ ਦੇ ਵਿੱਚ ਆਪਣੇ ਕੇਸ ਨੂੰ ਪੁਖਤਾ ਕਰਨ ਦੀ ਗੱਲ ਕਰਦੇ ਨੇ। ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਕਿ ਉਸ ਪ੍ਰੋਟੈਸਟ ਜਿਹਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਉਹ ਪੀਸਫੁਲ ਸੀਗਾ ਜਾਂ ਨਹੀਂ, ਇਹ ਇੱਕ ਜਾਂਚ ਦਾ ਵਿਸ਼ਾ ਹੈ। ਕਿਉਂਕਿ ਉਸ ਟਾਈਮ ਜਦ ਕੋਟਕਪੂਰਾ ਥਾਣੇ ਦੇ ਵਿੱਚ ਜਿਸ ਕੰਪਲੇਂਟ ਦੀ ਅਸੀਂ ਗੱਲ ਕਰਕੇ ਹਟੇ ਹਾਂ, ਜਿਹਨੂੰ ਰੱਦ ਕੀਤਾ ਗਿਆ ਔਰ ਕੁਝ ਪੁਲਿਸ ਕਰਮੀਆਂ ਨੂੰ ਉਹਦੇ ਵਿੱਚ ਅਕਿਊਜ਼ ਬਣਾਇਆ ਗਿਆ, ਉਹਦੇ ਉੱਤੇ ਵੀ ਕੋਰਟ ਦੇ ਵਿੱਚ ਬਹਿਸ ਹੋਏਗੀ ਕਿ ਉਹ ਸਬੂਤ ਝੂਠੇ ਸੀਗੇ। ਜੇ ਝੂਠੇ ਸੀਗੇ ਤੇ ਉਹਨਾਂ ਪੁਲਿਸ ਕਰਮੀਆਂ ਦੇ ਖਿਲਾਫ ਕੀ ਐਕਸ਼ਨ ਲਿੱਤਾ ਜਾ ਸਕਦਾ ਹੈ। ਕਿਉਂਕਿ ਇਹਦੇ ਵਿੱਚ ਜਿਹੜੇ ਚਰਨਜੀਤ ਸਿੰਘ ਅਕਿਊਜ਼ ਨੇ, ਜਿਹੜੇ ਉਸ ਵਕਤ ਦੇ ਮੋਗੇ ਦੇ SSP ਹੁੰਦੇ ਸੀ ਔਰ ਮੌਕੇ ਦੇ ਵਿੱਚ ਮੌਜੂਦ ਵੀ ਸੀਗੇ, ਉਹਨਾਂ ਨੇ ਕਈ ਵਾਰ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਜੇ ਉਹ ਉਸ ਟਾਈਮ ਫਾਇਰਿੰਗ ਨਾ ਕਰਦੇ ਤੇ ਉਹਨਾਂ ਨੂੰ ਉਹ ਭੀੜ, ਉਹ ਮੌਬ ਮਾਰ ਸਕਦੀ ਸੀ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਉੱਤੇ, ਇਹ ਕੋਰਟ ਦੇ ਵਿੱਚ ਕਿਸ ਪੁਖਤਾ ਤਰੀਕੇ ਨਾਲ ਅਕਿਊਜ਼ਡ ਆਪਣੀ ਗੱਲ ਨੂੰ ਰੱਖਦੇ ਨੇ ਔਰ ਦੂਜੇ ਪਾਸੇ ਜਿਹੜੀ ਸਰਕਾਰ ਕਹਿ ਲਓ ਜਾਂ ਆਪਣਾ ਪੰਜਾਬ ਸਰਕਾਰ ਪੁਲਿਸ ਕਹਿ ਲਓ, ਉਹ ਆਪਣੀ ਗੱਲ ਨੂੰ ਕਿਸ ਤਰੀਕੇ ਨਾਲ ਰੱਖਦੀ ਹੈ, ਇਹ ਉਸ ਤੇ ਡਿਪੈਂਡ ਕਰਦਾ ਹੈ ਕਿ ਅੱਗੇ ਚੱਲ ਕੇ ਕੇਸ ਦੇ ਵਿੱਚ ਹੋਏਗਾ। ਜਦੋਂ ਇਹ ਮਾਮਲਾ ਟ੍ਰਾਇਲ 'ਚ ਆਏਗਾ, ਜਿਵੇਂ ਇੱਕ ਦਿਨ ਪਹਿਲਾਂ ਹੀ ਚਾਰਜ ਸ਼ੀਟ ਨਵੀਂ ਦਾਖਲ ਕੀਤੀ ਗਈ ਹੈ, ਜਿਹਦੇ ਵਿੱਚ ਸਿੱਖ ਸੰਗਤ ਨੂੰ ਜਾਂ ਸੰਗਤ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਗਈ ਹੈ ਔਰ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਬਣਾਇਆ ਗਿਆ ਕਿ ਉਹਨਾਂ ਨੇ ਅਹੁਦੇ ਦੀ ਦੁਰਵਰਤੋਂ ਕਰਕੇ ਸਬੂਤਾਂ ਨਾਲ ਛੇੜਛਾੜ ਕੀਤੀ ਹੈ ਤੇ ਗਲਤ ਪਰਚੇ ਦਰਜ ਕੀਤੇ ਆ। ਇਹ ਕਾਫੀ ਵੱਡੀ ਬਹਿਸ ਦਾ ਵਿਸ਼ਾ ਹੋਊਗਾ ਕਿ ਇਹ ਦੋਵੇਂ ਧਿਰਾਂ, ਕਿਉਂਕਿ ਲੋਕਾਂ ਵੱਲੋਂ ਤਾਂ SIT ਪੇਸ਼ ਹੋ ਰਹੀ ਹੈ, ਗਵਰਨਮੈਂਟ ਉਹਨੂੰ ਪਰਸੂ ਕਰ ਰਹੀ ਹੈ ਉਸ ਮਾਮਲੇ ਨੂੰ, ਲੇਕਿਨ ਦੂਜੇ ਬੰਨਿਓ ਵਕੀਲ ਕਿਹੜੇ ਐਵੀਡੈਂਸ, ਉਹ ਵੀਡੀਓ ਦੇ ਰੂਪ 'ਚ ਹੁੰਦੇ ਆ ਜਾਂ ਕੋਈ ਹੋਰ, ਇਹ ਦੇਖਣਾ ਹੋਊਗਾ। ਕਾਫੀ ਲੰਬੀ ਇਹ ਕਵਾਇਦ ਚੱਲਣ ਵਾਲੀ ਆ। ਪਰ ਅਸੀਂ ਅਗਲੀ ਖਬਰ ਜਿਹੜੀ ਜੰਗੇ ਆਜ਼ਾਦੀ ਨਾਲ, ਯਾਦਗਾਰ ਨਾਲ ਸੰਬੰਧਿਤ ਹੈ, ਆਜ਼ਾਦੀ ਘੁਲਾਟੀਆਂ ਦੀ ਯਾਦ ਵਿੱਚ ਬਣੇ ਉਸ ਸਮਾਰਕ ਦੀ ਗੱਲ ਹੈ ਔਰ ਉਹ ਕਾਫੀ ਹਾਈ ਪ੍ਰੋਫਾਈਲ ਵੀ ਹੈ। ਉੱਥੇ ਜਾਣ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ ਵੱਲ ਜਾਣਾ ਹੈ। ਪ੍ਰਸ਼ਾਸਨਿਕ ਪੱਧਰ ਤੇ ਹਿਲਜੁਲ ਹੈ, ਬਦਲੀਆਂ ਨਹੀਂ ਹੁੰਦੀਆਂ, ਸਰਕਾਰ ਦਾ ਚਿਹਰਾ ਮੋਹਰਾ ਵੀ ਹੁੰਦਾ, ਸਰਕਾਰ ਦਾ ਐਟੀਟਿਊਡ ਵੀ ਹੁੰਦਾ ਹੈ, ਸਿਆਸਤ ਦਾ ਆਪਣਾ ਇੱਕ ਸਰੂਪ ਵੀ ਮੰਨਿਆ ਜਾਂਦਾ ਹੈ। ਕਿਹੜੇ ਅਫਸਰ ਪ੍ਰਮੁੱਖ ਅਹੁਦਿਆਂ ਤੇ ਨੇ, ਕਿਹਦੇ ਉਹ ਨੇੜੇ ਨੇ, ਕਿਸ ਤਰ੍ਹਾਂ ਦੀ ਸੱਤਾ ਹੈ, ਕੀ ਸੱਤਾ ਦੇ ਅੰਦਰਲੀ ਗਰੁੱਪਿਜ਼ਮ, ਖੇਮੇਬੰਦੀ, ਧੜੇਬੰਦੀ, ਇਹ ਵੀ ਰੂਪਮਾਨ ਹੁੰਦੀ ਹੈ। ਸਾਰੀਆਂ ਗੱਲਾਂ ਇੰਦਰਪ੍ਰੀਤ ਜੀ ਕੀ ਕੱਢਿਆ, ਕੀ ਪਾਇਆ, ਕਿਉਂਕਿ ਉਹੀ ਬੰਦੇ ਬਾਰ-ਬਾਰ ਕਦੇ ਇਧਰੋਂ ਉਧਰ, ਕਦੇ ਉਧਰੋਂ ਇੱਧਰ। ਮੈਨੂੰ ਤੇ ਲੱਗਦਾ ਕਈਆਂ ਨੂੰ ਪੁਰਾਣੀਆਂ ਪੋਸਟਾਂ ਤੇ ਲਿਆਂਦਾ ਜਾਂਦਾ, ਕਈਆਂ ਨੂੰ ਪੁਰਾਣੀਆਂ ਤੇ ਵਾਪਸ ਲਿਜਾਇਆ ਜਾਂਦਾ, ਕਿਸੇ ਨੂੰ ਮੰਨ ਲਿਆ ਜਾਂਦਾ ਕਿ ਸਜ਼ਾ ਲੱਗ ਗਈ, ਕਿਸੇ ਨੂੰ ਸ਼ਾਬਾਸ਼ ਮਿਲ ਗਈ, ਕਿਸੇ ਵੇਲੇ ਇੰਜ ਵੀ ਲੱਗਣ ਲੱਗ ਪੈਂਦਾ ਕਿ ਲੈ ਵੀ ਅੱਜ ਕੱਲ ਫਲਾਣਾ ਬੰਦਾ ਨੇੜੇ ਹੋ ਗਿਆ। ਨੇੜੇ ਕਿਹਦੇ ਹੋ ਗਿਆ? ਦਿੱਲੀ ਵਾਲੇ ਜਾਂ ਰਾਘਵ ਚੱਡਾ ਦੇ, ਭਗਵੰਤ ਮਾਨ ਦੇ, ਚੀਫ ਸੈਕਟਰੀ ਦੇ, ਇਹ ਵੇਨੂ ਪ੍ਰਸ਼ਾਦ ਦੇ, ਕਿਹਦੇ ਨੇੜੇ ਤੇ ਕਿਤੋਂ ਦੂਰ ਹੋ ਗਿਆ? ਇਹ ਚਰਚਾ ਚੱਲਦੀ ਰਹਿੰਦੀ। ਤੋਰੋ ਜਰਾ ਗੱਲ, ਤੁਸੀਂ ਘੁੰਮਦੇ ਘਮਾਉਂਦੇ ਉੱਥੋਂ ਚੀਜ਼ਾਂ ਲੱਭੀਆਂ ਤਾਂ ਹੋਣੀਆਂ। ਰੰਧਾਵਾ ਸਾਹਿਬ, ਅਸਲ 'ਚ ਕੱਲ ਜਿਹੜਾ ਪ੍ਰਸ਼ਾਸਨਿਕ ਫੇਰਬਦਲ ਹੋਇਆ, ਦੇਖੋ ਫੇਰਬਦਲ ਹੁੰਦੇ ਰਹਿੰਦੇ ਆ ਸਰਕਾਰਾਂ ਦੇ ਵਿੱਚ, ਇਹ ਕੋਈ ਮਤਲਬ ਕੋਈ ਖਾਸ ਇਹ ਨਹੀਂ ਹੈ ਕਿ ਨਹੀਂ ਹੁੰਦੇ, ਲੇਕਿਨ ਦੋ ਇਸ 'ਚ ਅਹਿਮ ਪਹਿਲੂ ਹੈ। ਇੱਕ ਤਾਂ ਇਹ ਕਿ ਬਜਟ ਸੈਸ਼ਨ ਦੌਰਾਨ ਬਦਲਤਾ ਗਿਆ। ਇੰਦਰਪ੍ਰੀਤ ਜੀ, ਹੁੰਦੇ ਰਹਿੰਦੇ ਆ, ਪਰ ਜ਼ਿਆਦਾ ਹੀ ਹੁੰਦੇ ਹੋਣ ਤਾਂ ਫਿਰ ਵੀ ਨਜ਼ਰ ਜਾਂਦੀ ਆ। ਮੈਂ ਉੱਥੇ ਬਿਲਕੁਲ ਠੀਕ ਹੈ, ਮੈਂ ਉੱਥੇ ਆ ਰਿਹਾ ਸੀਗਾ। ਮੈਂ ਹੀ ਤੁਹਾਨੂੰ ਕਹਿ ਰਿਹਾ ਸੀ ਕਿ ਜਿਹੜਾ ਕੱਲ ਹੋਇਆ ਨਾ, ਉਹ ਦੋ ਪਹਿਲੂਆਂ ਕਰਕੇ ਇੰਪੋਰਟੈਂਟ ਹੈ। ਇੱਕ ਤਾਂ ਇਹ ਕਿ ਚੱਲਦੇ ਬਜਟ ਸੈਸ਼ਨ ਦੌਰਾਨ ਇਹ ਬਦਲੀਆਂ ਹੋਈਆਂ ਨੇ, ਜਦਕਿ ਕਦੇ ਵੀ ਅੱਜ ਤੱਕ ਨਹੀਂ ਹੋਇਆ। ਈਵਨ ਤਾਂ ਬਜਟ ਸੈਸ਼ਨ ਦੇ ਦੌਰਾਨ ਤਾਂ ਕਦੇ ਛੁੱਟੀ ਵੀ ਨਹੀਂ ਦਿੰਦੇ ਆਫੀਸਰਸ ਨੂੰ
ਜਾਂ ਜਿਹੜੇ ਦੂਜੇ ਕਰਮਚਾਰੀ ਨੇ, ਕਿਉਂਕਿ ਬਹੁਤ ਸਾਰੇ ਬੰਦਿਆਂ MLA ਦੇ ਸਵਾਲ ਲੱਗੇ ਹੁੰਦੇ ਨੇ, ਕੋਈ ਧਿਆਨ ਆਕਰਸ਼ਣ ਪ੍ਰਸਤਾਵ ਲੱਗੇ ਹੁੰਦੇ ਨੇ, ਬਹੁਤ ਚੀਜ਼ਾਂ ਹੁੰਦੀਆਂ ਨੇ। ਤੁਸੀਂ ਹੁਣ ਦੇਖੋ ਜਿਹੜੇ ਅਫਸਰ ਕੱਲ ਬਦਲਤੇ ਹੈ, ਸਪੋਜ਼ 22 ਤਰੀਕ ਨੂੰ ਉਹਨਾਂ ਦੇ ਸਵਾਲ ਜਿਹੜੇ ਲੱਗੇ ਹੋਣਗੇ, ਉਹਨਾਂ ਨੂੰ ਬਰੀਫ ਕੌਣ ਕਰੇਗਾ? ਉਹ ਤਾਂ ਬਦਲ ਗਿਆ, ਉਹ ਤਾਂ ਉਧਰ ਚਲਾ ਗਿਆ ਬੰਦਾ, ਤੇ ਦੂਜਾ ਉਹਨੂੰ ਬਰੀਫ ਕਿਵੇਂ ਕਰੇਗਾ? ਇਹ ਬੜੇ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਨੇ, ਇਸ ਕਰਕੇ ਬਚਿਆ ਜਾਂਦਾ ਹਮੇਸ਼ਾ ਹੀ। ਕੱਲ ਸਾਨੂੰ ਮਤਲਬ ਹਲਕਿਆਂ ਤੋਂ ਪਤਾ ਲੱਗ ਗਿਆ ਸੀਗਾ ਕਿ ਇਹ ਹੋਏਗਾ ਜੀ। ਇੰਦਰਪ੍ਰੀਤ ਜੀ ਇੰਨੀ ਕਿ ਟਿੱਪਣੀ ਲੈ ਲਓ, ਇਹ IAS ਅਫਸਰ ਕਿਤੇ ਮੰਤਰੀਆਂ ਨਾਲੋਂ ਘੱਟ ਹੁੰਦੇ? ਮੰਤਰੀ ਤੇ ਕੱਖ ਵੀ ਨਹੀਂ ਹੁੰਦੇ ਜਿੰਨਾ ਕੁ ਅਸੀਂ ਜਾਣਦੇ ਅੰਦਰੋਂ। ਇਹਨਾਂ ਕਿਹੜੇ ਸਵਾਲ ਆਪ ਤਿਆਰ ਕਰਨੇ ਆ, ਜਵਾਬ ਥੱਲੇ ਕਲਰਕ ਪੱਧਰ ਦੇ ਬੰਦੇ ਸਵਾਲਾਂ ਦੇ ਜਵਾਬ ਤਿਆਰ ਕਰਕੇ ਦਿੰਦੇ। ਜੇ ਉੱਤੇ ਕਿਤੇ ਸਾਹਿਬ ਦੀ ਇਨਸਲਟ ਹੋ ਜਾਏ ਵਿਧਾਨ ਸਭਾ ਦੇ ਵਿੱਚ, ਥੱਲੇ ਆਉਂਦਿਆਂ ਕਲਰਕ ਦੀ 3 ਦਿਨ ਦੀ ਰੋਟੀ ਮਾਰੀ ਜਾਂਦੀ ਹੈ, ਕਿਉਂਕਿ ਜੋ ਉਹਦੀ ਕੁੱਤੇ ਖਾਣੀ ਹੁੰਦੀ ਨਾ ਥੱਲੇ। ਇਹ ਬਹੁਤ ਸੱਤਾ ਦੇ ਸਿਧਾਂਤ ਹੀ ਵੱਖਰੇ ਨੇ, ਇਹਦੇ ਤੌਰ ਤਰੀਕੇ ਹੀ ਵੱਖਰੇ ਨੇ। ਇਹ IAS ਅਫਸਰ ਦੂਜੇ ਨੂੰ ਅਗਲੀ ਫਾਈਲ ਫੜਾ ਦੇਣਗੇ ਤੇ ਉਹਨਾਂ ਨੇ ਘਰੇ ਹੀ ਸੱਦ ਲੈਣਾ, ਸਾਹਿਬ ਨੇ ਫਟਾਫਟ ਲੈ ਆਓ, ਮੈਨੂੰ ਪੇਸ਼ ਹੋਣਾ। ਹਾਂਜੀ ਤੋਰੋ ਗੱਲ ਜੀ ਭਾਸਕਰ ਸਾਹਿਬ। ਬਿਲਕੁਲ ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਇੱਕ ਇਸ ਤੇ ਪਰ ਜਿਹੜੇ ਕੱਲ ਟ੍ਰਾਂਸਫਰਸ ਹੋਈਆਂ ਨੇ ਨਾ, ਮੈਂ ਉਹ ਮੈਨੂੰ ਦੇਖ ਕੇ ਲੱਗਿਆ ਹੈਗਾ ਕਿ ਜਿਸ ਤਰ੍ਹਾਂ ਨਾ ਸਰਕਾਰ ਔਰ ਆਫਿਸਰ ਦੇ ਵਿੱਚ ਲੈਕ ਆਫ ਟਰਸਟ ਹੈ, ਮਤਲਬ ਵਿਸ਼ਵਾਸ ਦੀ ਕਮੀ ਕਿਤੇ ਨਾ ਕਿਤੇ ਜ਼ਰੂਰ ਝਲਕ ਰਹੀ ਹੈ। ਤੁਸੀਂ ਦੇਖੋ, ਅਸੀਂ ਕੱਲ ਪੋਸਟਾਂ ਵੀ ਗਿਣੀਆਂ ਕਿ ਪੋਸਟਾਂ ਤੇ 3 ਹਜੇ 1 ਸਾਲ ਵੀ ਨਹੀਂ ਹੋਇਆ ਸਰਕਾਰ ਨੂੰ, ਪਰ ਤੀਸਰੀ ਜਾਂ ਚੌਥੀ ਮਤਲਬ ਜਿਹੜੀ ਹੈ ਉਹ ਪੋਸਟਿੰਗ ਹੋ ਗਈ ਹੈ। ਜਿਹੜੇ ਬੰਦਿਆਂ ਨੂੰ ਹਟਾਇਆ ਗਿਆ ਸੀ, ਇਹ ਮਤਲਬ ਮੈਂ ਤਾਂ ਨਹੀਂ ਕਹੂੰਗਾ ਕਿ ਉਹਨਾਂ ਨੂੰ ਕਿਉਂ ਹਟਾਇਆ ਗਿਆ, ਲੇਕਿਨ ਫਿਰ ਉਹਨਾਂ ਤੇ ਹੀ ਦੁਬਾਰਾ ਉੱਥੇ ਹੀ ਗੁਰਕੀਰਤ ਕਿਰਪਾਲ ਸਿੰਘ ਹੋਰਾਂ ਨੂੰ ਫੂਡ ਐਂਡ ਸਪਲਾਈ 'ਚ ਦੁਬਾਰਾ ਭੇਜਤਾ ਹੈ, ਮਾਲਵਿੰਦਰ ਜੱਗੀ ਹੋਰਾਂ ਨੂੰ ਲੋਕ ਸੰਪਰਕ ਵਿਭਾਗ 'ਚ ਦੁਬਾਰਾ ਭੇਜਤਾ ਹੈ। ਸੋ ਇਸ ਤਰ੍ਹਾਂ ਹੀ ਇੱਕ ਹੋਰ ਤੁਹਾਡੇ ਬਹੁਤ ਧਿਆਨ 'ਚ ਹੋਊਗਾ ਔਰ ਬੜਾ ਵਿਵਾਦ ਵੀ ਰਿਹਾ, ਜਦੋਂ ਅਜੋਏ ਸ਼ਰਮਾ ਨੂੰ ਹਟਾਇਆ ਗਿਆ ਹੈਲਥ ਦੇ ਵਿੱਚੋਂ ਤੇ VK ਮੀਣਾ ਨੂੰ ਲਗਾਇਆ ਗਿਆ, ਤਾਂ ਜਦੋਂ ਉਹਨਾਂ ਨੂੰ ਲਗਾਇਆ ਤਾਂ ਬਹੁਤ ਪੂਰੀ ਬਿਊਰੋਕ੍ਰੇਸੀ 'ਚ ਬਹੁਤ ਹਲਚਲ ਹੋਈ ਕਿ ਐਡਾ ਵੱਡਾ ਮਹਿਕਮਾ VK ਮੀਣਾ ਨੂੰ ਕਿਸ ਤਰ੍ਹਾਂ ਦੇਤਾ। VK ਮੀਣਾ ਜਿੰਨੀ ਕੁ ਉਹਨਾਂ ਦੀ ਸਰਵਿਸ ਹੈਗੀ ਹੈ, ਮੈਂ ਉਹਨਾਂ ਨੂੰ ਕਿਸੇ ਵੀ ਕਦੇ ਅਹਿਮ ਪੋਸਟ ਤੇ ਨਹੀਂ ਦੇਖਿਆ ਕਿ ਉਹਨਾਂ ਨੇ ਬਹੁਤ ਵੱਡਾ ਮਹਿਕਮਾ ਸੰਭਾਲਿਆ ਹੋਵੇ। ਤੇ ਇੱਕਦਮ ਜਿਹੜੀ ਸਰਕਾਰ ਦੀ ਪ੍ਰਾਇੋਰਟੀ ਵਾਲਾ ਵਿਸ਼ਾ ਹੈ, ਜਦੋਂ ਹੈਲਥ ਜਿਹੜੀ ਉਹਨਾਂ ਦੀ ਸਭ ਤੋਂ ਟੌਪ ਪ੍ਰਾਇੋਰਟੀ ਹੈ, ਉਹਦੇ 'ਚ VK ਮੀਣਾ ਨੂੰ ਲਗਾਇਆ ਗਿਆ। ਇਹ ਬਹੁਤ ਹਲਚਲ ਸੀ ਕਿ ਇਹ ਮਤਲਬ ਸਰਕਾਰ ਨੂੰ ਜਲਦੀ ਬਦਲਣਾ ਪਏਗਾ। ਉਹਨਾਂ ਨੇ ਕਦੀ ਹੈਲਥ ਦੇ ਵਿੱਚ ਕੰਮ ਕੀਤਾ ਹੀ ਨਹੀਂ ਹੈ। ਦੇਖੋ, ਬਹੁਤ ਸਾਰੀਆਂ ਇਹ ਮਹਿਕਮਾ ਹੀ ਏਦਾਂ ਦਾ ਜਿੱਥੇ ਬਹੁਤ ਟੈਕਨੀਕਲ ਬੰਦੇ ਨੇ ਸਾਰੇ, ਜਿਵੇਂ ਡਾਕਟਰਸ ਤਾਂ ਲੱਗਣ ਨਹੀਂ ਦਿੰਦੇ ਨੇੜੇ ਤੇੜੇ, ਮਤਲਬ ਇੰਨੀਆਂ ਟੈਕਨੈਲਿਟੀਜ਼ ਫਸਾ ਦਿੰਦੇ ਆ। ਤਾਂ ਉੱਥੇ ਮਤਲਬ ਇਸ ਤਰ੍ਹਾਂ ਦੇ ਵਿਅਕਤੀ ਨੂੰ ਲਗਾਉਣਾ ਜਿਹਦੇ ਕੋਲ ਤਜਰਬਾ ਨਹੀਂ ਹੈ ਥੱਲੇ ਪਹਿਲਾਂ ਕਿਸੇ ਪੋਸਟਾਂ ਤੇ ਕੰਮ ਕਰਨ ਦਾ। ਤੇ ਉਹੀ ਜੇ ਅਜੋਏ ਸ਼ਰਮਾ ਨੂੰ ਅੱਜ ਪੌਣੇ 2 ਮਹੀਨੇ ਹੋ ਗਏ, ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਹੈਗੀ ਹੈ। ਨੀਲਿਮਾ, ਉਹਨਾਂ ਨੂੰ ਤਾਂ 3 ਮਹੀਨੇ ਤੋਂ ਉੱਪਰ ਹੋ ਗਿਆ, ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਹੈ। ਰਾਹੁਲ ਤਿਵਾਰੀ ਵਾਪਸ ਹੀ ਨਹੀਂ ਆ ਰਹੇ, ਆਲਮੋਸਟ ਉਹਨਾਂ ਨੂੰ 1 ਮਹੀਨਾ ਹੋ ਚੁੱਕਿਆ, ਉਹ ਵੀ ਉਹਨਾਂ ਨੂੰ ਪੋਸਟਿੰਗ ਨਹੀਂ ਦਿੱਤੀ, ਉਹਨਾਂ ਨੂੰ ਹਵਾ 'ਚ ਲਟਕਾਤਾ। ਸੋ ਇਸ ਤਰ੍ਹਾਂ ਦੇ ਕਈ ਚੀਜ਼ਾਂ ਨੇ ਜਿੱਥੇ ਮਤਲਬ ਦਿੱਕਤਾਂ ਨੇ। ਬਹੁਤ ਅੱਛੇ ਅਫਸਰ ਵੀ ਨੇ ਇਹਦੇ ਵਿੱਚ ਜਿਹੜੇ ਬਦਲ ਕੇ ਬਿਲਕੁਲ ਖੁੱਡੇ ਲਾਈਨ ਕਰਤੇ ਹੈ, ਉਹ ਵੀ ਉਹਨਾਂ ਦਾ ਵੀ ਨਹੀਂ ਆ ਰਿਹਾ। ਰਾਹੁਲ ਭੰਡਾਰੀ ਦਾ ਤੁਸੀਂ ਖੁਦ ਹੀ ਨਾਂ ਲਿਆ, ਉਹਨਾਂ ਨੂੰ ਸਪੈਸ਼ਲੀ ਲਿਆ ਕੇ 2 ਵੱਡੇ ਮਹਿਕਮੇ ਦਿੱਤੇ ਗਏ ਸੀ, ਫੂਡ ਐਂਡ ਸਪਲਾਈ ਤੇ ਪਬਲਿਕ ਰਿਲੇਸ਼ਨ। ਅਚਾਨਕ ਮਤਲਬ ਉਹਨਾਂ ਨੂੰ ਫਿਰ ਬਦਲਤਾ ਗਿਆ, ਉਹਨਾਂ ਦੀ ਵਾਈਫ ਨੂੰ ਗਵਰਨਰ ਹਾਊਸ ਤੋਂ ਸਪੋਰਟਸ ਦੇ ਵਿੱਚ ਲਿਆਤਾ ਗਿਆ। ਸੋ ਮਤਲਬ ਕਈ ਇਹ ਜੇ ਹੈਗੇ ਨੇ ਜਿਹੜੇ ਦਿਲਚਸਪੀ ਵਾਲੇ ਉਹ ਹੈਗੇ ਨੇ, ਪਰ ਫਿਰ ਵੀ ਮੈਂ ਇਹ ਕਹੂੰਗਾ ਕਿ ਸਰਕਾਰ ਔਰ ਆਫਿਸਰ ਦੇ ਵਿੱਚ ਜਿਹੜਾ ਲੈਕ ਆਫ ਟਰਸਟ ਹੈ, ਇਹਦੇ ਕਰਕੇ ਕੰਮ ਬਹੁਤ ਪ੍ਰਭਾਵਿਤ ਹੋਊਗਾ। ਹੁਣ ਕਿਤੇ ਨਾ 1 ਸਾਲ ਹੋ ਚੁੱਕਿਆ ਸਰਕਾਰ ਨੂੰ। ਦੇਖੋ, ਜਦੋਂ ਤੱਕ ਇਹ ਨਵੇਂ ਸੀ, ਇਹਨਾਂ ਲਈ ਸਾਰੇ ਇੱਕੋ ਜਿਹੇ ਸੀ, ਔਰ ਹਰਪਾਲ ਚੀਮਾ ਹੋਰਾਂ ਨੇ ਸਾਨੂੰ ਖੁਦ ਕਿਹਾ ਸੀਗਾ ਵੀ ਅਸੀਂ ਕੋਈ ਜ਼ਿਆਦਾ ਬਦਲੀਆਂ ਨਹੀਂ ਕਰਾਂਗੇ, ਕਿਉਂਕਿ ਸਾਡੇ ਲਈ ਸਾਰੇ ਇੱਕੋ ਜਿਹੇ ਨੇ, ਇਹੀ ਅਫਸਰਾਂ ਤੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਲੈ ਕੇ ਦਿਖਾਵਾਂਗੇ। ਪਰ ਮੈਨੂੰ ਲੱਗਦਾ ਕਿ ਹਰਪਾਲ ਚੀਮਾ ਹੋਣੀ ਦੀ ਜਿਹੜਾ ਉਹ ਕਾਲ ਸੀ, ਉਹ ਪੁੱਗਿਆ ਨਹੀਂ ਅਜੇ ਤੱਕ। ਜਿਸ ਤਰ੍ਹਾਂ ਲਗਾਤਾਰ ਬਦਲੀਆਂ ਹੋਈ ਜਾ ਰਹੀਆਂ ਨੇ, ਬਾਰ-ਬਾਰ ਇੱਕੋ ਬੰਦੇ ਨੂੰ ਹਟਾ ਕੇ ਦੁਬਾਰਾ ਫਿਰ ਉਸੇ ਤੇ ਹੀ ਲਿਆਤਾ ਜਾ ਰਿਹਾ ਹੈ। ਇਸ ਤੋਂ ਲੱਗ ਰਿਹਾ ਹੈ ਕਿ ਟਰਸਟ ਦੀ ਕਿਤੇ ਘਾਟ ਹੈਗੀ ਹੈ। ਉਹ ਟਰਸਟ ਮੈਨੂੰ ਲੱਗਦਾ ਕਿ ਹੁਣ ਸਾਲ ਹੋ ਗਿਆ, ਹੁਣ ਬਣ ਜਾਣਾ ਚਾਹੀਦਾ। ਕਿਆ ਗੱਲ ਕਰਦੇ ਹੋ ਇੰਦਰਪ੍ਰੀਤ ਜੀ। ਹਰਪਾਲ ਚੀਮਾ ਹੋਣਾ ਸਾਹਿਬ ਨੂੰ ਆਪਣਾ ਨਹੀਂ ਪਤਾ ਹੋਣਾ ਵੀ ਕਿਦਨ ਸਾਨੂੰ ਬਦਲ ਦੇਣਾ। ਮਹਿਕਮੇ ਵੀ ਬਦਲੇ ਜਾਂਦੇ ਆ, ਤੁਹਾਨੂੰ ਪਤਾ ਹਰਜੋਤ ਬੈਂਸ ਹੁੱਬ ਕੇ ਪਾਲਿਸੀ ਬਣਾ ਰਹੇ ਸੀ, ਅਗਲਿਆਂ ਚੱਕ ਕੇ ਕਿਸੇ ਹੋਰ ਨੂੰ ਲਾਤਾ। ਇੱਥੇ ਕਿਤੇ ਸਟੇਬਿਲਿਟੀ, ਇੱਥੇ ਕਿਤੇ ਨਿਸ਼ਚਿਤਤਾ ਥੋੜੀ ਹੁੰਦੀ ਹੈ। ਨਿਸ਼ਚਿਤਤਾਵਾਂ ਦਾ ਦੌਰ ਹੈ, ਬਦਲਾਅ ਦਾ ਦੌਰ ਹੈ, ਬਦਲੀਆਂ ਹੁੰਦੀਆਂ ਰਹਿੰਦੀਆਂ। ਬਦਲਾਅ 'ਚ ਬਦਲੀਆਂ ਹੀ ਤੇ ਹੋਣਗੀਆਂ। ਉਂਝ ਹਾਈਪੋਥੈਟੀਕਲ ਸਵਾਲ, ਜੇ ਮੈਂ ਮੁੱਖ ਮੰਤਰੀ ਹੋਵਾਂ, ਮੈਂ ਮੀਣਾ ਸਾਹਿਬ ਨੂੰ ਆਪਣਾ ਪ੍ਰਿੰਸੀਪਲ ਸੈਕਟਰੀ ਲਾਉਂਗਾ।
ਜਿਸ ਬੰਦੇ ਨੂੰ ਤੁਸੀਂ ਇੰਨੇ ਚਿਰ ਬਾਹਰ ਬਿਠਾ ਕੇ ਰੱਖਿਆ, ਉਹਦੇ ਕੋਲ ਤਜਰਬਾ ਹੀ ਬੜਾ ਹੋ ਜਾਂਦਾ ਬਾਹਰੋਂ ਚੀਜ਼ਾਂ ਨੂੰ ਵੇਖਣ ਦਾ। ਮੇਰਾ ਖਿਆਲ ਉਹ ਵਿਅਕਤੀਆਂ ਨੂੰ ਜ਼ਿਆਦਾ ਅਹਿਮ ਤਰੀਕੇ ਨਾਲ ਵੇਖ ਸਕਦੇ। ਤੁਸੀਂ ਗੱਲ ਕੀਤੀ ਰਾਹੁਲ ਭੰਡਾਰੀ ਦੀ, ਉਹਨਾਂ ਦੇ ਮੈਸੇਜ ਦੀ, ਉਹ ਬਈ ਕੋਈ ਸਾਡੇ ਟੇਵਿਆਂ ਦਾ ਵੀ ਹਿਸਾਬ ਕਿਤਾਬ ਰੱਖਿਆ ਕਰੋ। ਅਸੀਂ 2-3 ਵਾਰੀ ਇਹ ਭਵਿੱਖਬਾਣੀਆਂ ਕਰਤੀਆਂ ਸੀ। ਤੁਸੀਂ ਇਹ ਵੀ ਜ਼ਿਕਰ ਕਰਤਾ ਅਖੇ ਉਹਨਾਂ ਨੂੰ ਲੋਕ ਸੰਪਰਕ ਦੇ ਵਿੱਚੋਂ ਫੂਡ ਸਪਲਾਈ ਚੋਂ ਪਾਸੇ ਕੀਤਾ, ਪਹਿਲਾਂ ਲਿਆਂਦਾ। ਮੈਂ ਤਾਂ ਸਿਵਲ ਏਵੀਏਸ਼ਨ ਨੂੰ ਵੀ ਵੇਖਦਾ। ਉਹ 8-10 ਸੀਟਾਂ ਵਾਲਾ ਜਹਾਜ਼ ਖਰੀਦਣਾ ਸੀ, ਉਹਦੇ ਟੈਂਡਰ ਵੀ ਹੋ ਗਏ, ਉਹ ਅਖਬਾਰਾਂ 'ਚ ਨੋਟਿਸ ਵੀ ਨਿਕਲ ਗਏ, ਇਸ਼ਤਿਹਾਰ ਨਿਕਲ ਗਏ, ਉਹਦਾ ਕੋਈ ਥੋ ਪਤਾ ਨਹੀਂ ਲੱਗਿਆ। ਮੈਨੂੰ ਲੱਗਿਆ ਭੰਡਾਰੀ ਸਾਹਿਬ ਨੂੰ ਜਿਸ ਕੰਮ ਲਈ ਲਿਆਂਦਾ ਸੀ ਉਹਦੇ ਫਿੱਟ ਨਹੀਂ ਬੈਠੇ। ਨਾ ਉਹਨਾਂ ਜਹਾਜ਼ ਖਰੀਦ ਕੇ ਦਿੱਤਾ, ਨਾ ਉਹਨਾਂ ਇਸ਼ਤਿਹਾਰਾਂ ਲਈ ਰਕਮਾਂ ਜਾਰੀ ਕੀਤੀਆਂ। ਅਜੈ ਸ਼ਰਮਾ ਨਾਲ ਵੱਖਰਾ ਸਿਆਪਾ ਪੈ ਗਿਆ ਜਦੋਂ ਹੌਲੀ 'ਚ ਕੰਨ 'ਚ ਫੂਕ ਮਾਰੀ ਵੀ ਆਪਾਂ ਲੋਕ ਸੰਪਰਕ ਦੀ ਬਜਾਏ ਸਾਰੇ ਬਾਹਰਲੇ ਵਿਭਾਗਾਂ ਤੋਂ ਪੈਸੇ ਕਿਉਂ ਨਹੀਂ ਲੈਂਦੇ, ਨਾਲੇ ਰੌਲਾ ਘੱਟ ਪਊਗਾ। ਜਿਹਦਾ ਕੰਮ ਉਸੇ ਵਿਭਾਗ ਦੀ ਐਡ ਲੱਗਿਆ ਕਰੇ। ਅਜੈ ਸ਼ਰਮਾ 10 ਕਰੋੜ ਦੇ ਕੰਮ ਨੂੰ 30 ਕਰੋੜ ਦੀ ਐਡ ਵਿੱਚ ਤਬਦੀਲ ਨਹੀਂ ਸੀ ਕਰਨਾ ਚਾਹੁੰਦੇ। ਮੈਨੂੰ ਲੱਗਦਾ ਇੰਨੀ ਕੁ ਸਜ਼ਾ 2-3 ਮਹੀਨੇ ਬਾਹਰ ਬਹਿਣਾ ਤੇ ਠੀਕ ਹੈ। ਨੀਲਮਾ ਜੀ ਤੇ ਸੁੱਖ ਦਾ ਸਾਹ ਲੈਣ, ਪੋਸਟਿੰਗ ਕੀ ਹੈ, ਉਹਨਾਂ ਨੂੰ ਤਾਂ ਵਿਜੀਲੈਂਸ ਤੋਂ ਰਾਹਤ ਮਿਲੀ ਹੋਈ। ਮੇਰੇ ਖਿਆਲ ਅਜੇ ਤੱਕ ਸਾਡੇ ਤੱਕ ਤਾਂ ਖਬਰ ਨਹੀਂ, ਹੋ ਸਕਦਾ ਅੰਦਰ ਖਾਤੇ ਕਿਤੇ ਪੁੱਛ-ਗਿੱਛ ਕਰ ਲਈ ਹੋਵੇ ਸੱਦ ਕੇ। ਉਂਝ ਵੈਸੇ ਇਹ ਕੰਮ ਸੌਖੇ ਨਹੀਂ, ਸੌਖੇ ਇਸ ਕਰਕੇ ਨਹੀਂ। ਵੈਸੇ ਗੁਰਕੀਰਤ ਕਿਰਪਾਲ ਦੀ ਵਰਤੋਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਬਿਹਤਰ ਤਰੀਕੇ ਨਾਲ ਨਹੀਂ ਸੀ ਹੋ ਸਕੀ ਮਾਈਨਿੰਗ ਨੂੰ ਲੈ ਕੇ। ਇੱਥੇ ਉਹਨਾਂ ਨੇ ਆਪਣਾ ਹੁਨਰ ਦਿਖਾਤਾ। ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਫੀ ਸਰਕਾਰ ਵੱਲੋਂ ਥਾਪੜੇ ਮਿਲਣ ਦੀ ਗੁੰਜਾਇਸ਼ ਹੈ। ਪਰ ਇੱਥੇ ਪਤਾ ਨਹੀਂ ਲੱਗਦਾ ਹੁੰਦਾ ਥਾਪੜੇ ਤੇ ਦੂਜੇ ਮਾਮਲੇ 'ਚ ਕਿੰਨਾ ਬਰੀਕ ਜੀ ਲਾਈਨ ਹੈ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਆ। ਵੈਸੇ ਸਾਨੂੰ ਬਦਲੀਆਂ ਨਾਲ ਕੋਈ ਲੈਣ ਦੇਣ ਨਹੀਂ, ਸਵਾਦ ਜੇ ਆਈ ਆ, ਹੋਰ ਹੁੰਦਾ ਕੀ ਹੈ ਜੀ। ਰੰਧਾਵਾ ਜੀ, ਜਦ ਵੀ ਤੁਸੀਂ ਪੁਲਿਸ ਦੀ ਜਾਂ ਫਿਰ IAS PCS ਆਫੀਸਰ ਦੀ ਪੋਸਟਿੰਗ ਦੀ ਲਿਸਟ ਦੇਖਦੇ ਹੋ ਨਾ, ਤੁਹਾਨੂੰ ਯਾਦ ਆਉਂਦਾ ਰੋਲਰ ਕੋਸਟਰ ਦੀ। ਯਾਨੀ ਕੱਲ ਜਿਹੜਾ ਉੱਤੇ ਸੀਗਾ ਅੱਜ ਥੱਲੇ ਹੈ, ਜਿਹੜਾ ਅੱਜ ਉੱਤੇ ਸੀਗਾ ਕੱਲ ਥੱਲੇ ਹੋਏਗਾ। ਔਰ ਇਸ ਲਿਸਟ ਦੇ ਵਿੱਚ 3-4 ਨਾਂ, ਹਾਲਾਂਕਿ ਨਾਂ ਤੇ ਤੁਸੀਂ ਲੈ ਹੀ ਦਿੱਤੇ ਕਿ ਜਿਹੜੇ ਹੁਣੇ ਉੱਤੇ ਚੱਲ ਰਹੇ ਸੀ ਅਚਾਨਕ ਹੀ ਉਹ ਥੱਲੇ ਹੋ ਗਏ। ਯਾਨੀ ਉਹਨਾਂ ਕੋਲ ਸਿਰਫ ਇੱਕ ਪੋਸਟ ਰਹਿ ਗਈ, ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਦਿੱਲੀ। ਔਰ ਉਸ ਤੋਂ ਇਲਾਵਾ ਜਿਹੜਿਆਂ ਨੂੰ ਉੱਤੇ ਚੜਾਇਆ, ਰੰਧਾਵਾ ਜੀ, ਚੰਡੀਗੜ੍ਹ ਦੇ ਵਿੱਚ 2 ਰੈਸਟੋਰੈਂਟ ਹੈਗੇ ਆ ਜਿਹਦੇ ਵਿੱਚ IAS ਆਫੀਸਰ ਬੈਠ ਕੇ ਨਾ ਸਰਕਾਰ ਦੀ ਗੱਲਾਂ ਕਰਦੇ ਨੇ ਕਿ ਵੀ ਸਰਕਾਰ ਕਿੱਦਾਂ ਚੱਲ ਰਹੀ ਹੈ ਤੇ ਸਰਕਾਰ ਦੇ ਵਿੱਚ ਉਹ ਕਿੱਦਾਂ ਕੰਮ ਕਰ ਰਹੇ ਨੇ ਤੇ ਕੀ ਕੰਮ ਕਰ ਸਕਦੇ ਨੇ ਤੇ ਕਿਸ ਕੰਮ ਕਰਨ ਤੋਂ ਡਰ ਲੱਗਦਾ ਹੈ। ਤੇ ਉਸ ਆਫੀਸਰ ਕਲੱਬ ਦੇ ਵਿੱਚ ਤਕਰੀਬਨ ਵੱਡੇ ਅਫਸਰ ਵੀ ਹੁੰਦੇ ਨੇ। ਤੇ ਇਹ ਜਿਹੜੇ ਨਵੇਂ ਜਿਸ ਤਰ੍ਹਾਂ ਮੀਨਾ ਸਾਹਿਬ ਦਾ ਨਾਂ ਲਿਆ, ਉਹ ਕਦੀ ਉਹਨਾਂ ਕਲੱਬਾਂ ਦੇ ਵਿੱਚ ਦੇਖੇ ਨਹੀਂ ਗਏ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਉਹਨਾਂ ਨੇ ਵੀ ਆਣਾ ਜਾਣਾ ਸ਼ੁਰੂ ਕਰਤਾ ਸੀ। ਉੱਥੇ ਅਫਸਰ ਜਿਹੜੀ ਗੱਲਾਂ ਕਰਦੇ ਨੇ ਉਹਦੇ ਹਿਸਾਬ ਨਾਲ ਲੱਗਦਾ ਹੈ ਕਿ ਵੀ ਅਫਸਰ ਇਸ ਸਰਕਾਰ ਦੇ ਵਿੱਚ ਕੰਮ ਕਰਕੇ ਖੁਸ਼ ਨਹੀਂ। ਡਰ ਲੱਗਦਾ ਹੈ ਕਿ ਦਿੱਲੀ ਤੋਂ ਕੋਈ ED ਦੀ ਟੀਮ ਨਾ ਆ ਜਾਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 2 ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਉੱਤੇ ED ਦਾ ਛਾਪਾ। ਉਸ ਛਾਪੇ ਤੋਂ ਬਾਅਦ ਸਾਈਨ ਕਰੀਏ ਕਿ ਨਾ ਕਰੀਏ, ਅਫਸਰਾਂ ਦੇ ਵਿੱਚ ਹੈ ਟਾਲ ਮਟੋਲ। ਔਰ ਇਹ ਰੋਲਰ ਕੋਸਟਰ ਦੇ ਵਿੱਚ ਜਿਹੜੇ ਅਫਸਰ ਪਹਿਲੇ ਥੱਲੇ ਸੀ ਉਹ ਹੁਣ ਉੱਤੇ ਕਰਤੇ, ਜਿਹੜੇ ਉੱਤੇ ਸੀ ਉਹ ਥੱਲੇ ਕਰਤੇ। ਕ੍ਰਿਸ਼ਨ ਕੁਮਾਰ ਉਹਨਾਂ ਦੀ ਮਾਈਨਿੰਗ ਡਿਪਾਰਟਮੈਂਟ ਤੋਂ ਟ੍ਰਾਂਸਫਰ ਕਿਉਂ ਹੋਈ, ਇਹ ਸਵਾਲ ਹਜੇ ਵੀ ਬਣਿਆ ਹੋਇਆ। ਪਰ ਇਸ ਸਵਾਲ ਦੇ ਅੰਦਰੂਨੀ ਖਾਤੇ ਤੇ ਆਨਸਰ ਮਿਲ ਜਾਂਦੇ ਨੇ, ਪਰ ਬਾਹਰ ਸਰਕਾਰ ਇਸ ਗੱਲ ਨੂੰ ਕਿਸ ਤਰੀਕੇ ਨਾਲ ਰੱਖਦੀ ਹੈ ਪਤਾ ਨਹੀਂ। ਗੁਰਕੀਰਤ ਕਿਰਪਾਲ ਉਹਨਾਂ ਨੂੰ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਤੋਂ ਕਿਉਂ ਕੱਢਿਆ ਗਿਆ ਸੀ, ਉਹ ਵੀ ਤਦ ਜਦ ਉਹ 2 ਫਾਈਲਾਂ ਰਾਕੇਸ਼ ਸਿੰਗਲਾ ਦੇ ਨਾਂ ਉੱਤੇ ਉਹਨਾਂ ਦੇ ਅਪਾਇੰਟਮੈਂਟ ਦੀ ਬਤੌਰ ਟੈਂਡਰ ਅਲਾਟਮੈਂਟ ਕਮੇਟੀ ਦੀ ਗੱਲ ਕਰੀਏ, ਜਾਂ ਫਿਰ ਇੱਕ ਜਿਹੜੀ ਹੋਰ ਫਾਈਲ ਸੀਗੀ ਜਿਹਦੇ ਵਿੱਚ ਜਿਹੜਾ ਰਾਕੇਸ਼ ਸਿੰਗਲਾ ਉਹਨਾਂ ਦਾ ਅਪਾਇੰਟਮੈਂਟ ਹੋਇਆ ਸੀ, ਉਹ ਨਹੀਂ ਮਿਲ ਰਹੀ ਸੀ। ਕਟਾਰੂ ਚੱਕ ਮੰਤਰੀ ਸਾਹਿਬ ਕਹਿੰਦੇ ਮਿਲ ਗਈ ਫਾਈਲ, ਬਾਅਦ ਚੋਂ ਕਹਿੰਦੇ ਨਹੀਂ ਉਹ ਨਹੀਂ, ਕੋਈ ਹੋਰ ਮਿਲੀ ਹੈ। ਇਹ ਜਿਸ ਤਰੀਕੇ ਨਾਲ ਸਰਕਾਰ ਦਾ ਕੰਮਕਾਜ ਚੱਲ ਰਿਹਾ ਹੈ, ਖਾਸ ਕਰਕੇ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ, ਉਹ ਆਪਣੇ ਆਪ ਵਿੱਚ ਇੱਕ ਕੁਐਸਚਨ ਮਾਰਕ ਤੇ ਹੈ ਕਿ ਅੱਗੇ ਚੱਲ ਕੇ ਜਿਹੜੇ ਆਸ਼ੂ ਸਾਹਿਬ ਨੂੰ ਅੰਦਰ ਕੀਤਾ ਹੋਇਆ ਉਹ ਕਿਤੇ ਬਾਹਰ ਨਾ ਆ ਜਾਣ। ਔਰ ਅੱਗੇ ਚੱਲ ਕੇ ਜੇ ਆਸ਼ੂ ਉਹਨਾਂ ਦੇ ਖਿਲਾਫ ਆਪਣੇ ਕੇਸ ਨੂੰ ਪ੍ਰੂਵ ਨਹੀਂ ਕਰ ਪਾਈ ਸਰਕਾਰ ਜਾਂ ਵਿਜੀਲੈਂਸ ਬਿਊਰੋ, ਤੇ ਹੋਰ ਜਿਹੜੇ ਕੇਸਿਸ ਹੈਗੇ ਨੇ ਉਹਦੇ ਵਿੱਚ ਵੀ ਸਰਕਾਰ ਕਮਜ਼ੋਰ ਪੈਂਦੀ ਨਜ਼ਰ ਆਏਗੀ। ਬਿਲਕੁਲ। ਅਸੀਂ ਤੁਹਾਡੇ ਹਿੱਸੇ ਦਾ ਸਵਾਲ ਜੰਗੇ ਆਜ਼ਾਦੀ ਵੱਲ ਥੋੜਾ ਜਿਹਾ ਹੋਰ ਅੱਗੇ ਪਾ ਦਿੰਦੇ ਆ। ਮੈਂ ਇੰਦਰਪ੍ਰੀਤ ਜੀ ਵੱਲ ਇਸ ਕਰਕੇ ਜਾਣਾ ਚਾਹੁੰਦਾ ਕਿ ਅਫਸਰਾਂ ਦੀ ਗੱਲ ਚੱਲੀ ਹੋਈ ਆ। ਚੀਫ ਸੈਕਟਰੀ ਸਾਹਿਬ ਨੇ ਬਦਲੀਆਂ ਤੇ ਦਸਤਖਤ ਖੁਦ ਕੀਤੇ ਆ, ਪਤਾ ਲੱਗਿਆ ਕੱਲ। ਇਹ ਚੀਫ ਸੈਕਟਰੀ ਸਾਹਿਬ ਉਹ ਪੁਰਾਣੇ ਅਧਿਕਾਰੀਆਂ ਦੇ ਉੱਤੇ ਵੀ ਫੈਸਲਾ ਲੈਣ ਵਾਲੇ ਸੀਗੇ। ਇਹ ਚਾਹ ਉਹਨਾਂ ਨੇ ਚੰਗੀ ਪਿਆਈ ਕਿ ਨਹੀਂ ਇੰਦਰਪ੍ਰੀਤ ਜੀ? ਨਹੀਂ ਤੇ ਦੇਖੋ ਸਰਕਾਰੀ ਖਾਤੇ ਚੋਂ ਮਿਲਦੀ ਚਾਹ ਦੇ ਉੱਤੇ ਤਾਂ ਸਾਨੂੰ ਲੱਗਦਾ ਵੀ ਠੀਕ ਹੀ ਹੋਣੀ ਚਾਹੀਦੀ ਹੈ ਨਾ, ਆਪਾਂ ਪੈਸੇ ਉੱਤੇ ਲਾਏ ਹੋਏ ਆ। ਜਦੋਂ ਚਾਹ ਦਾ ਚੁਸਕੀ ਸੀ ਤੇ ਨਾਲ ਪੁੱਛਿਆ ਉਹਨਾਂ ਨੂੰ ਵੀ ਕੀ ਕਰ ਰਹੇ ਹੋ, ਅਨਿਰੁੱਧ ਤਿਵਾੜੀ ਪੁਰਾਣੇ ਉਹਨਾਂ ਦੇ ਤੇ ਜਿਹੜੇ DGP ਚਟੋਪਾਧਿਆਏ ਸਾਹਿਬ ਤੇ 5-4 ਹੋਰ ਅਫਸਰ, ਮਾਮਲਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਵਿੱਚ ਖਲਲ ਦਾ ਹੈ, ਕੋਈ ਮਾੜਾ ਮੋਟਾ ਥੋੜੀ। ਵੇਖੋ ਪਾਰਲੀਮੈਂਟ 'ਚ ਰੌਲੇ ਪੈਂਦੇ ਤੇ ਪੰਜਾਬ ਦੇ ਵਿੱਚ ਚੁੱਪ ਕਰਕੇ ਬੈਠੇ ਸਾਰੇ।
ਅਗਲੇ ਪੁੱਛਦੇ ਆ ਕਾਰਵਾਈ ਕੀਤੀ ਕੋਈ, ਜੇ ਕੀਤੀ ਦੱਸੋ। ਤੇ ਸਭ ਤੋਂ ਉੱਪਰਲੇ ਅਧਿਕਾਰੀ ਜੰਜੂਆ ਸਾਹਿਬ ਨੇ, ਛੇਤੀ ਉਹਨਾਂ ਰਿਟਾਇਰ ਹੋ ਜਾਣਾ, ਜਾਣ ਤੋਂ ਪਹਿਲਾਂ ਕੁਝ ਮੀਲ ਪੱਥਰ ਸਾਬਤ ਕਰਨਾ ਚਾਹਣਗੇ, ਸਥਾਪਿਤ ਕਰਨਾ ਚਾਹਣਗੇ। ਕੀ ਦੱਸਿਆ ਤੁਹਾਨੂੰ ਉਹਨਾਂ? ਨਹੀਂ, ਬਿਲਕੁਲ ਠੀਕ ਹੈ ਜੀ, ਤੁਸੀਂ ਜਿਹੜਾ ਕਿਹਾ ਉਹਨਾਂ ਦੀ ਹੌਸਪਿਟੈਲਿਟੀ ਤਾਂ ਅੱਛੀ ਹੁੰਦੀ ਹੈ। ਜਦੋਂ ਵੀ ਜਾਓ ਇਹ ਚਾਹ ਪਾਣੀ ਤਾਂ ਜ਼ਰੂਰ ਪਿਲਾ ਕੇ ਹੀ ਭੇਜਦੇ ਸਾਰਿਆਂ ਨੂੰ ਹੀ, ਮਤਲਬ ਮੈਨੂੰ ਨਹੀਂ, ਉਹ ਤਾਂ ਸਾਰਿਆਂ ਨੂੰ ਹੀ ਪਿਲਾ ਕੇ ਭੇਜਦੇ। ਅੱਛਾ, ਵੇਸਣ ਲੇਕਿਨ ਜਿਹੜੀ ਤੁਸੀਂ ਅੱਜ ਕੱਲ ਵੇਸਣ ਮਿਲਦਾ ਕਿ ਸਮੋਸੇ ਮਿਲਦੇ? ਉਹ ਤਾਂ ਅੱਜ ਕੱਲ ਤਾਂ ਦੋਨੇ ਹੀ ਨਹੀਂ ਮਿਲ ਰਹੇ। ਅੱਜ ਕੱਲ ਕਢਾਇਆ ਹੋਇਆ। ਤੇ ਜਿਹੜੀ ਉਹਦੀ ਗੱਲ ਸੀਗੀ ਕਿ ਕਿਉਂਕਿ ਸਾਰੀ ਕੱਲ ਇਸ ਗੱਲ ਤੇ ਸਾਰਾ ਮੀਡੀਆ ਹੀ ਇੰਟਰਸਟਡ ਸੀ ਕਿ ਜਿਹੜੀ ਰਿਪੋਰਟ ਹੈ ਉਹਦੇ ਉੱਤੇ ਕੀ ਕਾਰਵਾਈ ਕਰ ਰਹੇ ਹੋ। ਤੇ ਕੱਲ ਇਸੇ ਕਰਕੇ ਹੀ ਸਾਰੇ ਉੱਥੇ ਗਏ ਹੋਏ ਸੀਗੇ। ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ, ਮੈਂ ਤਾਂ ਗਵਰਨਮੈਂਟ ਨੂੰ ਭੇਜਤੀ ਹੈ, ਸੌਰੀ ਚੀਫ ਮਿਨਿਸਟਰ ਨੂੰ ਭੇਜਤੀ ਹੈ। ਉਹਨਾਂ ਨੇ ਫੈਸਲਾ ਅਲਟੀਮੇਟਲੀ ਉਹਨਾਂ ਨੇ ਲੈਣਾ, ਕਿਉਂਕਿ ਹੋਮ ਉਹਨਾਂ ਕੋਲੇ ਹੈ, ਉਹਨਾਂ ਕੋਲ ਡਿਪਾਰਟਮੈਂਟ ਹੈ। ਤੇ ਮਿਨਿਸਟਰ ਦੇ ਤੌਰ ਤੇ ਅਗਰ ਉਹ ਸਾਈਨ ਕਰਕੇ ਭੇਜਣਗੇ, ਕਿਉਂਕਿ ਇਹਦੇ ਵਿੱਚ ਸਿਰਫ ਸਾਡੇ ਕੋਲ ਇੱਕੋ ਹੀ ਹੈ ਅੰਮ੍ਰਿਤ ਤਿਵਾੜੀ, ਜਿਹੜਾ ਉਹਨਾਂ ਨੇ ਕਿਹਾ ਕਿ ਉਹ ਸਾਡੇ ਕੋਲ ਇਕੱਲਾ ਉਹਨਾਂ ਦਾ ਹੈ, ਬਾਕੀ ਸਾਰੇ ਉਹਨਾਂ ਨੇ ਭੇਜਣੇ ਹੋਮ ਨੂੰ। ਤੇ ਹੋਮ ਨੇ ਅੱਗੇ ਸਾਰਿਆਂ ਨੂੰ ਚਾਰਜ ਸ਼ੀਟ ਕਰਨਾ ਹੈ, ਕਿਉਂਕਿ ਚਾਰਜ ਸ਼ੀਟ ਤੋਂ ਬਾਅਦ ਉਹ ਸਭ ਨੂੰ ਇੱਕ ਅਗਰ ਕੋਈ ਕਾਰਵਾਈ ਕਰਨੀ ਹੋ, ਕਿਉਂਕਿ ਉਸ ਦੇ ਵਿੱਚ ਤੁਸੀਂ ਦੇਖਿਆ ਮੇਜਰ ਪੈਨਲਟੀ ਲਗਾਈ ਹੋਈ ਹੈ, ਇੰਦੂ ਮਲਹੋਤਰਾ ਨੇ ਸਭ ਨੂੰ ਸਿਫਾਰਿਸ਼ ਮੇਜਰ ਪੈਨਲਟੀ ਦੀ ਕੀਤੀ ਹੈ। ਤਾਂ ਉਹਦੇ ਵਿੱਚ ਫਿਰ ਇਹ ਜ਼ਰੂਰੀ ਹੁੰਦਾ ਕਿ ਤੁਸੀਂ ਜਿਹਦੇ ਉੱਤੇ ਲੱਗੀ ਹੈ ਉਹਨੂੰ ਇੱਕ ਮੌਕਾ ਦਿਓ। ਤਾਂ ਇਹ ਕੱਲ ਜਿਹੜੀ ਹੈਗੀ ਹੈ ਉਹ ਸਾਰਿਆਂ ਨੂੰ ਮੇਰੇ ਖਿਆਲ ਅੱਜ ਜਾਂ ਕੱਲ ਦੇ ਵਿੱਚ ਸਾਰਿਆਂ ਨੂੰ ਚਾਰਜ ਸ਼ੀਟ ਜਾਰੀ ਹੋ ਜਾਏਗੀ। ਤੇ ਫਿਰ ਇੱਕ ਇਨਕੁਆਇਰੀ ਅਫਸਰ ਲਗਾਇਆ ਜਾਏਗਾ ਜੋ ਇਹਨਾਂ ਸਾਰਿਆਂ ਦੀ ਸੁਣਵਾਈ ਕਰੇਗਾ। ਇੱਕ ਲਗਾਣਾ ਕਿ ਦੋ ਲਗਾਣੇ ਹੈ ਉਹ ਮਤਲਬ ਤੈਅ ਹੋਏਗਾ ਬਾਅਦ ਚ, ਕਿਉਂਕਿ ਕੁਝ ਕਿਤੇ ਆਈਐਸ ਦਾ ਮਾਮਲਾ ਔਰ ਕਿਤੇ ਆਈਪੀਐਸ ਦਾ ਮਾਮਲਾ ਹੈ। ਤੇ ਉਹ ਇਨਕੁਆਇਰੀ ਅਫਸਰ ਸਾਰਿਆਂ ਦੀ ਸੁਣਵਾਈ ਕਰਕੇ ਦੇਖੇਗਾ ਕਿ ਜੋ ਚਾਰਜਸ ਲਗਾਏ ਗਏ ਆ ਔਰ ਜੋ ਇਹਨਾਂ ਦਾ ਜਵਾਬ ਹੈ ਉਹਦੇ ਵਿੱਚੋਂ ਕਿੱਥੇ ਸੈੱਟ ਬੈਠਦਾ ਹੈ। ਤਾਂ ਫਿਰ ਉਸ ਹਿਸਾਬ ਨਾਲ ਉਹ ਆਪਣੀ ਸਿਫਾਰਿਸ਼ ਜਿਹੜੀ ਹੈ ਕਰਕੇ ਸਰਕਾਰ ਨੂੰ ਭੇਜ ਦੇਗਾ ਕਾਰਵਾਈ ਲਈ। ਸੋ ਇਹੀ ਸਭ ਤੋਂ ਇੰਟਰਸਟਡ ਪੁਆਇੰਟ ਸੀ। ਔਰ ਕਿਉਂਕਿ ਯੂਨੀਅਨ ਹੋਮ ਸੈਕਟਰੀ ਨੇ ਸਰਕਾਰ ਤੋਂ ਦੋ ਚੀਜ਼ਾਂ ਪੁੱਛੀਆਂ ਹੋਈਆਂ ਨੇ, ਇੱਕ ਤਾਂ ਇਹੀ ਕਿ ਪਹਿਲਾਂ ਐਕਸ਼ਨ ਟੇਕਨ ਰਿਪੋਰਟ ਕੀ ਹੈ, ਤੁਸੀਂ ਅਜੇ ਤੱਕ ਕੀਤਾ ਕੀ ਹੈ, ਦੂਸਰੀ ਇਹ ਕਿ ਲੇਟ ਕਿਉਂ ਕੀਤੀ ਹੈ। ਸੋ ਦੋਨਾਂ ਦੇ ਜਵਾਬ ਉਹਨਾਂ ਨੇ ਦੇਣੇ ਹੈ, ਦੋਨਾਂ ਦੇ ਜਵਾਬ ਤਿਆਰ ਕੀਤੇ ਜਾ ਰਹੇ ਹੈ। ਮੇਰਾ ਖਿਆਲ ਹੈ ਕਿ 1 ਜਾਂ 2 ਦਿਨ ਦੇ ਵਿੱਚ ਇਹ ਜਵਾਬ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੱਤਾ ਜਾਏਗਾ। ਇਹ ਊਠ ਦਾ ਬੁੱਲ ਡਿੱਗਣ ਵਾਂਗ ਲੰਬੀ ਤਾਂ ਨਹੀਂ ਹੋਊਗੀ ਕਾਰਵਾਈ ਵੀ ਅਸੀਂ ਕਰ ਰਹੇ ਹਾਂ ਜੀ, ਹੋ ਗਿਆ ਜੀ? ਇਹ ਪੱਕਾ ਹੀ ਲੰਬੀ ਹੋਏਗੀ, ਇਹ ਛੋਟੀ ਕਾਰਵਾਈ ਨਹੀਂ ਹੋਏਗੀ, ਬਹੁਤ ਲੰਬੀ ਹੋਏਗੀ। ਜੰਗੇ ਆਜ਼ਾਦੀ ਯਾਦਗਾਰ ਆਜ਼ਾਦੀ ਘੁਲਾਟੀਆਂ ਦੀ ਯਾਦ ਵਿੱਚ ਬਣਿਆ ਉਹ ਸਮਾਰਕ ਹੈ ਜਿੱਥੇ ਹਿਸਟਰੀ ਨੂੰ ਰੂਪਮਾਨ ਕੀਤਾ ਗਿਆ। ਮੈਂ ਗਿਆ ਤਾਂ ਹੈ ਉੱਥੇ। ਹੁਣ ਉਹਦੇ ਨਾਲ, ਉਹਦੀ ਕੰਸਟਰਕਸ਼ਨ ਨਾਲ ਸੰਬੰਧਿਤ ਤੇ ਹੋਰ ਮਾਮਲਿਆਂ ਦੇ ਵਿੱਚ ਪੁੱਛਗਿੱਛ ਸ਼ੁਰੂ ਹੋ ਗਈ। ਇਹ ਖਦਸ਼ਾ ਅਜੀਤ ਅਖਬਾਰ ਦੇ ਮੁੱਖ ਸੰਪਾਦਕ, ਅਜੀਤ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੱਲੋਂ ਪ੍ਰਗਟ ਕੀਤਾ ਗਿਆ ਸੀ ਕਿ ਮੇਰੇ ਨਾਲ ਸੰਬੰਧਿਤ, ਕਿਉਂਕਿ ਮੈਨੂੰ ਬੜਾ ਜ਼ੋਰ ਦੇ ਕੇ ਇਸ ਸੰਸਥਾ ਲਈ ਖੜੇ ਹੋਣ ਲਈ ਮੈਨੂੰ ਬਾਦਲ ਸਾਹਿਬ ਨੇ ਮਨਾਇਆ, ਫਿਰ ਮੈਂ ਰਿਜ਼ਾਈਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਨਹੀਂ, ਮੇਰੇ ਲਈ ਐਪਰੀਸੀਏਸ਼ਨ ਵੀ ਭੇਜੀ, ਮੈਨੂੰ ਜ਼ੋਰ ਨਾਲ ਇਸ ਗੱਲ ਦੇ ਉੱਤੇ ਖੜੇ ਰਹਿਣ ਲਈ ਵੀ ਕਿਹਾ ਕਿ ਤੁਸੀਂ ਇਹਨੂੰ ਦੇਖੋ, ਇਹਨੂੰ ਚਲਾਓ, ਕਿਉਂਕਿ ਬੜਾ ਅਹਿਮ ਪ੍ਰੋਜੈਕਟ ਆ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਸ਼ਤਾਬਦੀ ਜਸ਼ਨ ਹੋ ਰਹੇ ਸੀ ਤੇ ਉੱਥੇ ਵੀ ਇੱਕ ਯਾਦਗਾਰ ਕੋਈ 500 ਕਰੋੜ ਦੀ ਲਾਗਤ ਨਾਲ ਬਣਨੀ ਸੀ। ਮੈਂ ਆਪਣੇ ਰੁਝੇਵਿਆਂ ਕਰਕੇ ਮਨਾ ਕਰਤਾ, ਉੱਥੇ ਵੀ ਮੈਨੂੰ ਲੀਡ ਕਰਨ ਲਈ ਕਿਹਾ ਗਿਆ ਸੀ। ਅਸੀਂ ਉਹਨਾਂ ਨਾਲ ਇਸ ਗੱਲ ਨੂੰ ਜੋੜ ਕੇ ਨਹੀਂ ਦੇਖ ਰਹੇ ਇਸ ਜਾਂਚ ਨੂੰ, ਪਰ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਲੀਡ ਕੀਤਾ ਹੈ ਔਰ ਮੇਰੇ ਇਸ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਹੁਣ ਜਦੋਂ ਇਹਦੇ ਵਿੱਚ ਲਖਵਿੰਦਰ ਜੌਲ ਨੂੰ ਸੱਦਿਆ ਗਿਆ, ਜਲੰਧਰ ਦੀ ਤੁਹਾਡੀ ਵਿਜੀਲੈਂਸ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਤੁਸੀਂ ਸਾਨੂੰ ਰਿਪੋਰਟ ਤਾਂ ਦਿਓਗੇ। ਉਂਝ ਹਾਲਾਂਕਿ ਵਿਜੀਲੈਂਸ ਦੀ ਕੱਲ ਦੀ ਸਰਗਰਮੀ ਕਾਫੀ ਅਹਿਮ, ਮੀਡੀਆ ਦੇ ਮਿੱਤਰ ਵਜੋਂ ਜਾਣੇ ਜਾਂਦੇ ਕੁਲਦੀਪ ਸਿੰਘ ਵੈਦ, ਜਿਹੜੇ ਸਪੋਕਸਪਰਸਨ ਵੀ ਰਹੇ, ਚੇਅਰਮੈਨ ਵੀ ਪਿੱਛੇ ਰਹੇ ਚੰਨੀ ਸਾਹਿਬ ਦੇ ਨਾਲ, ਕੈਪਟਨ ਅਮਰਿੰਦਰ ਦੇ ਵੀ ਉਹ ਕਾਫੀ ਨੇੜੇ ਹੁੰਦੇ ਸੀਗੇ, ਉਹਨਾਂ ਦੇ ਘਰ ਦੀ ਸਪੈਸ਼ਲੀ ਵੀ ਵਿਜੀਲੈਂਸ ਪਹੁੰਚੀ ਨੇ। ਔਰ ਇਹਦੇ ਨਾਲ ਜਿਹੜੇ ਸਤਕਾਰ ਕੌਰ ਗਹਿਰੀ ਆ, ਗੁਰਪ੍ਰੀਤ ਸਿੰਘ ਕਾਂਗੜ, ਨੋਟਸ ਉਹਨਾਂ ਨੂੰ ਵੀ ਮਿਲੇ। ਖੈਰ, ਤੁਸੀਂ ਗੱਲ ਜੰਗੇ ਆਜ਼ਾਦੀ ਵਾਲੀ ਗੱਲ ਤੋਂ, ਜੰਗੇ ਆਜ਼ਾਦੀ ਜਿਹੜੀ ਕਰਤਾਰਪੁਰ ਵਿੱਚ ਬਣੀ ਹੋਈ ਹੈ ਔਰ ਉਹਦੇ ਵਿੱਚ ਕਾਫੀ ਸਾਰੇ ਪੈਸੇ ਵੀ ਖਰਚ ਹੋਏ ਸੀ 2016, ਯਾਨੀ ਬਾਦਲ ਸਰਕਾਰ ਹੁੰਦੀ ਸੀ ਉਸ ਟਾਈਮ। ਮੈਂ ਬਾਦਲ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਵਜੋਂ ਉਭਰਿਆ ਸੀਗਾ। 315 ਕਰੋੜ ਰੁਪਏ ਦੀ ਪੈਂਦੇ ਸੱਟੇ ਅਲਾਟਮੈਂਟ ਕੀਤੀ ਗਈ ਸੀ, ਏਅਰ ਮਾਰਕ ਕੀਤੇ ਗਏ ਸੀ ਇਸ ਜੰਗੇ ਆਜ਼ਾਦੀ ਦੇ ਉੱਤੇ ਲੱਗ ਰਹੇ ਨੇ। ਹੁਣ 25 ਏਕੜ ਦੀ ਜ਼ਮੀਨ ਵੀ ਅਲਾਟ ਕੀਤੀ ਗਈ, 315 ਕਰੋੜ ਵੱਖ। ਔਰ ਜਿਹੜਾ ਇਹਦਾ ਸਾਰਾ ਕੰਮਕਾਜ ਸੰਭਾਲ ਲੀਆਂ, ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਵਾਸਤੇ ਇੱਕ CEO ਲਾਏ ਸੀਗੇ ਜਿਹੜੇ
ਹੁਣ IAS ਆਫੀਸਰ ਨੇ, ਉਸ ਟਾਈਮ PCS ਆਫੀਸਰ ਹੁੰਦੇ ਸੀ ਵਿਨੇ ਬਬਲਾਨੀ। ਵਿਨੇ ਬਬਲਾਨੀ ਉਹਨਾਂ ਨੂੰ ਵੀ ਕੱਲ ਵਿਜੀਲੈਂਸ ਨੇ ਬੁਲਾਇਆ ਸੀਗਾ, ਪਰ ਉਹਨਾਂ ਨੇ ਆਪਣਾ ਮੈਡੀਕਲ ਸਰਟੀਫਿਕੇਟ ਭੇਜਤਾ, ਜਿੱਦਾਂ ਬ੍ਰਹਮ ਮਹਿੰਦਰਾ ਨੇ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵਿੱਚ ਭੇਜਿਆ ਸੀਗਾ ਕਿ ਮੈਂ ਬਿਮਾਰ ਹਾਂ, ਮੈਂ ਨਹੀਂ ਆ ਸਕਦਾ। ਲਖਵਿੰਦਰ ਜੌਲ ਉਹਨਾਂ ਜਿਹੜੇ ਪਿੱਛੇ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਵੀ ਰਹੇ ਨੇ, ਉਹ 10:15 ਵਜੇ ਵਿਜੀਲੈਂਸ ਬਿਊਰੋ ਪਹੁੰਚਦੇ ਨੇ। ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਵਿਜੀਲੈਂਸ ਬਿਊਰੋ ਸ਼ਾਇਦ ਮੈਨੂੰ ਬਿਠਾ ਕੇ ਕੋਈ ਚਾਹ ਚੂਜੇ ਪਿਲਾਏਗਾ, ਪਰ 2-2.5 ਘੰਟੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ। ਉਹਨਾਂ ਨੂੰ ਪੁੱਛਿਆ ਬਤੌਰ ਸੈਕਟਰੀ ਜਿਹੜੀ ਮੈਨੇਜਿੰਗ ਕਮੇਟੀ ਹੈ ਜੰਗੇ ਆਜ਼ਾਦੀ ਦੀ, ਉਹਦੇ ਵਿੱਚ ਜਿਹੜੇ ਪੈਸੇ ਖਰਚ ਹੋਏ ਉਹ ਕਿੱਦਾਂ ਖਰਚ ਹੋਏ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿੱਥੇ ਤੱਕ ਕੰਸਟਰਕਸ਼ਨ ਦਾ ਸਵਾਲ ਹੈ, ਕੰਸਟਰਕਸ਼ਨ ਹੋਣ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਬਤੌਰ ਮੈਨੇਜਿੰਗ ਕਮੇਟੀ ਦੇ ਸੈਕਟਰੀ ਦੇ ਤੌਰ ਤੇ ਆਉਂਦੀ ਹੈ, ਰੱਖ ਰਖਾਵ ਸਾਂਭ ਸੰਭਾਲ ਦੀ। ਤੇ ਮੈਨੂੰ ਕੰਸਟਰਕਸ਼ਨ ਦੇ ਵਿੱਚ ਕੋਈ ਹੋਈ ਹੋਈ ਜਾਂ ਕਿਸੇ ਠੇਕੇਦਾਰ ਨੇ ਕੋਈ ਗੜਬੜ ਕੀਤੀ ਹੋਏ ਤੇ ਉਹਦਾ ਮੈਨੂੰ ਕੁਝ ਨਹੀਂ ਪਤਾ। ਮੈਨੂੰ ਇਹ ਲੱਗਦਾ ਹਜੇ ਤੇ ਪਾਰਟੀ ਸ਼ੁਰੂ ਹੋਈ ਹੈ, ਗੱਲਬਾਤ ਸ਼ੁਰੂ ਹੋਈ ਹੈ, ਅੱਗੇ ਚੱਲ ਕੇ ਬਹੁਤ ਸਾਰੇ ਬੰਦਿਆਂ ਨੂੰ ਸੱਦਿਆ ਜਾ ਸਕਦਾ ਹੈ, ਔਰ ਕੁਝ ਉਹ ਬੰਦੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਕਦੀ ਇਸ ਗੱਲ ਦੀ ਉਮੀਦ ਹੀ ਨਾ ਕੀਤੀ ਹੋਏ ਕਿ ਉਹਨਾਂ ਨੂੰ ਵੀ ਵਿਜੀਲੈਂਸ ਬਿਊਰੋ ਸੱਦ ਸਕਦਾ ਹੈ। ਆਉਣ ਵਾਲੇ ਟਾਈਮ ਵਿੱਚ ਵਿਨੇ ਬਬਲਾਨੀ ਉਹਨਾਂ ਜਦ ਮੈਡੀਕਲੀ ਫਿਟ ਹੋਣਗੇ, ਉਹ ਜਾਣਗੇ ਵਿਜੀਲੈਂਸ ਬਿਊਰੋ ਦੇ ਸਾਹਮਣੇ, ਫਿਰ ਕੌਣ ਜਾਂਦੇ ਨੇ ਉਹਦੇ ਉੱਤੇ ਸਾਡੀ ਨਜ਼ਰ ਤੇ ਹੋਏਗੀ। ਪਰ ਇਹ ਜਾਂਚ ਖੁੱਲ ਗਈ ਹੈ, ਜੰਗੇ ਆਜ਼ਾਦੀ ਜਿਹਦੇ ਵਿੱਚ 315 ਕਰੋੜ ਤੋਂ ਵੱਧ ਖਰਚ ਹੋਏ, ਉਹ ਕਿੱਦਾਂ ਖਰਚ ਕੀਤੇ ਗਏ ਤੇ ਵਿੱਚੇ ਕੁਝ ਇੱਧਰ ਉੱਧਰ ਤੇ ਨਹੀਂ ਹੋਏ, ਇਹਦੀ ਇਨਵੈਸਟੀਗੇਸ਼ਨ ਵਿਜੀਲੈਂਸ ਨੇ ਹੁਣ ਸ਼ੁਰੂ ਕਰਤੀ। ਬਿਲਕੁਲ, ਇਹਦੀ ਵਿਜੀਲੈਂਸ ਨੇ ਇੰਦਰਪ੍ਰੀਤ ਜੀ ਜਾਂਚ ਤਾਂ ਕਰਤੀ ਸ਼ੁਰੂ, ਪਰ ਦੇਖਣ ਵਾਲੀ ਗੱਲ ਹੈ ਕਿ ਜਦੋਂ ਜਲੰਧਰ ਦੇ ਵਿੱਚ ਇਲੈਕਸ਼ਨ ਹੈ, ਇਸ ਅਹਿਮ ਪ੍ਰੋਜੈਕਟ ਨੂੰ ਖੰਗਾਲਣ ਵੱਲ ਵਧੀ ਹੈ, ਇਹਦੇ ਕੋਈ ਸਿਆਸੀ ਅਰਥ ਵੀ ਹੈ ਜੀ? ਬਿਲਕੁਲ ਸਿਆਸੀ ਅਰਥ ਨੇ ਇਹਦੇ। ਰੰਧਾਵਾ ਸਾਹਿਬ ਤੁਸੀਂ ਦੇਖੋ, ਅਗਰ ਅਸੀਂ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਹਮਦਰਦ ਸਾਹਿਬ ਨੇ ਚਿੱਠੀ ਲਿਖੀ ਹੈ, ਉਹਦੇ 'ਚ ਕਾਫੀ ਖਦਸ਼ੇ ਉਹਨਾਂ ਨੇ ਪ੍ਰਗਟ ਕੀਤੇ ਸੀ ਤੇ ਉਹ ਸਰਕਾਰ ਨਾਲ ਉਹਨਾਂ ਦਾ ਔਰ ਕਿਉਂਕਿ ਗਵਰਨਰ ਸਾਹਿਬ ਨੂੰ ਕਿਸੇ ਅਖਬਾਰ ਨੇ ਇਸ ਤਰ੍ਹਾਂ ਲਿਖਿਆ ਹੋਵੇ ਤਾਂ ਸਮਝ ਆਂਦਾ ਹੀ ਹੈ ਕਿ ਬਈ ਸਿਆਸੀ ਜਿਹੜੇ ਉਹ ਸਬੰਧ ਨੇ ਉਹ ਮਧੁਰ ਨਹੀਂ ਹੈਗੇ। ਤਾਂ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਹੁਣ ਕਿਉਂਕਿ ਇਲੈਕਸ਼ਨ ਵੀ ਹੈ ਤੇ ਗਵਰਨਮੈਂਟ ਆਮ ਆਦਮੀ ਪਾਰਟੀ ਵੀ ਇਹ ਚਾਹੇਗੀ ਕਿ ਕੋਈ ਉਹਨਾਂ ਦਾ ਨੁਕਸਾਨ ਨਾ ਕਰੇ, ਤਾਂ ਮੇ ਵੀ ਤੁਸੀਂ ਉਹਦੇ ਨਾਲ ਜੋੜ ਕੇ ਵੀ ਇਹਨੂੰ ਦੇਖ ਸਕਦੇ ਹੋ। ਦੂਜਾ, ਮੈਨੂੰ ਜਿਹੜਾ ਤੁਸੀਂ ਬਾਕੀ ਜਿਹੜੇ ਗੱਲ ਕੀਤੀ ਸੀਗੀ ਸਤਕਾਰ ਕੌਰਾ ਹੋਰਾਂ ਦਾ ਜਾਂ ਕੁਲਦੀਪ ਵੈਦ ਹੋਰਾਂ ਦਾ, ਉਹਨੂੰ ਲੈ ਕੇ ਵੀ ਇੱਕ ਮੇਰੀ ਉਸ 'ਚ ਹੈ, ਕਿਉਂਕਿ ਮੈਂ ਦੇਖ ਰਿਹਾ ਕੁਝ ਜਿਹੜੇ ਹੁਣ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਜਦੋਂ, ਉਦੋਂ ਬਹੁਤ ਸਾਰੇ MLAs ਨਾਲ ਕਿਉਂਕਿ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਦੇ ਮਨਾਂ 'ਚ ਇੱਕ ਸੀ ਵੀ ਸ਼ਾਇਦ ਕਿਤੇ ਜਿਹੜੇ SC ਵਰਗ ਨਾਲ ਸੰਬੰਧਿਤ ਨੇ ਕਿਤੇ ਉਹਨਾਂ ਨੂੰ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ, ਮਤਲਬ ਇਸ ਤਰ੍ਹਾਂ ਦਾ। ਕਿਉਂਕਿ ਤੁਸੀਂ ਦੇਖੋ ਹੁਣ ਇੱਕ ਬਿੱਲ ਵੀ ਆ ਰਿਹਾ ਹੈ, SC ਕਮਿਸ਼ਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਗਿਣਤੀ ਅੱਧੀ ਕੀਤੀ ਜਾ ਰਹੀ ਹੈ। ਇਹ ਨਹੀਂ ਹੈ ਕਿ ਇਕੱਲਾ SC ਕਮਿਸ਼ਨ ਦੀ ਕੀਤੀ ਜਾ ਰਹੀ ਹੈ, ਸਰਕਾਰ ਸਾਰੇ ਹੀ ਕਮਿਸ਼ਨਾਂ ਦੀ ਕਰ ਰਹੀ ਹੈ, ਚਾਹੇ ਉਹ PPSC ਦੀ ਹੋਵੇ, ਚਾਹੇ RTS ਹੋਵੇ, ਚਾਹੇ RTI ਵਾਲਾ ਹੋਵੇ, ਜਾਂ ਜਿਹੜਾ ਸਿਲੈਕਸ਼ਨ ਬੋਰਡ ਹੈ ਸਾਡਾ ਉਹਦੀ ਹੋਵੇ, ਸਭ ਦੀ ਹੀ ਕਰ ਰਹੀ ਹੈ। ਪਰ ਇੱਥੇ ਸਵਾਲ ਇਹ ਹੈਗਾ ਕਿ ਪਿਛਲੇ 1.5 ਸਾਲ ਤੋਂ ਇਸ ਕਮਿਸ਼ਨ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਪਿਆ ਹੈ, ਕਿਉਂਕਿ ਜਦ ਦੇ ਤੇਜਿੰਦਰ ਕੌਰ ਹੋਣੀ ਰਿਟਾਇਰ ਹੋਏ ਨੇ, ਉਸ ਤੋਂ ਬਾਅਦ ਸਰਕਾਰ ਨੇ ਇਸ ਚੇਅਰਮੈਨ ਦਾ ਸਿਰਫ ਇੱਕ ਚਾਰਜ ਜਿਹੜਾ ਹੈਗਾ ਉਹ ਸੈਕਟਰੀ ਨੂੰ ਦਿੱਤਾ ਹੋਇਆ, ਬਾਕੀ ਕੋਈ ਕੰਮਕਾਜ ਨਹੀਂ ਹੋ ਰਿਹਾ ਇਹਦੇ 'ਚ। ਤਾਂ ਔਰ ਤੁਸੀਂ ਹੁਣ ਗਿਣਤੀ ਵੀ ਅੱਧੀ ਕਰ ਰਹੇ ਹੋ, ਤਾਂ ਉਹ ਵੀ ਇਸ ਸਮਾਜ 'ਚ ਇਹ ਇੱਕ ਸੀਗੀ ਮਤਲਬ ਕੰਸੋਜ ਹੀ, ਜਿਵੇਂ ਕਹਿੰਦੇ ਆ ਹਲਚਲ ਜੀ ਹੈ ਵੀ ਇੰਨੇ ਜ਼ਿਆਦਾ ਕੇਸਿਸ ਮਤਲਬ ਆ ਰਹੇ ਹੈ, ਪਿਛਲੇ 1.5 ਸਾਲ ਤੋਂ ਉਹਨਾਂ ਕੇਸਾਂ ਤੇ ਕੁਝ ਨਹੀਂ ਹੋ ਰਿਹਾ, ਹੁਣ ਸਗੋਂ ਗਿਣਤੀ ਵੀ ਅੱਧੀ ਕਰ ਦੋ। ਇਹਦਾ ਮਤਲਬ ਹੈ ਕਿ ਸਰਕਾਰ ਕਿਤੇ ਨਾ ਕਿਤੇ ਇਸ ਜਿਹੜੇ ਵਰਗ ਨੂੰ ਕੋਈ ਮਤਲਬ ਇਨਸਾਫ ਦੇਣਾ ਹੀ ਨਹੀਂ ਚਾਹੁੰਦੀ ਹੈ, ਦੇਣ 'ਚ ਇੰਟਰਸਟਿਡ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਜੇ ਇਸ ਤਰ੍ਹਾਂ ਦੀ ਮਤਲਬ ਆ ਜਾਂਦੀ ਹੈ ਤਾਂ ਇਹਦੇ ਵਿੱਚ ਕਿਉਂਕਿ ਖੁਦ ਦੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ ਜਿਹੜੇ MLAs ਨੇ, ਬਹੁਤਾਤ ਉਹਨਾਂ ਕੋਲ ਹੀ ਹੈ ਇਸ ਵਰਗ ਦੇ ਬੰਦਿਆਂ ਕੋਲ, ਤੇ ਉਹਨਾਂ ਦੇ ਵਿੱਚ ਵੀ ਹੁਣ ਇਹ ਕੁਸਰ ਮੁਸਰ ਸ਼ੁਰੂ ਹੋ ਗਈ ਹੈ। ਮੈਨੂੰ ਲੱਗਦਾ ਕਿ ਸਰਕਾਰ ਨੂੰ ਜਲਦੀ ਇਸ ਤੇ ਕੋਈ ਨਾ ਕੋਈ ਕਦਮ ਉਠਾਉਣਾ ਹੀ ਚਾਹੀਦਾ। ਭਾਸਕਰ ਸਾਹਿਬ, ਚੋਣ ਤੁਹਾਡੇ ਜਲੰਧਰ ਦੀ ਆ, ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਮਰਹੂਮ ਚੌਧਰੀ ਸੰਤੋਖ ਸਿੰਘ ਦੀ ਘਰਵਾਲੀ ਨੂੰ ਫਿਰ ਕੈਂਡੀਡੇਟ ਬਣਾਇਆ ਹੈ, ਜਿਹਦੀ ਕਿ ਕਨਸੋਈ ਸੀ, ਔਰ ਰਾਣਾ ਗੁਰਜੀਤ ਨੂੰ ਕੰਪੇਨ ਕਮੇਟੀ ਦੀ ਅਗਵਾਈ ਦਿੱਤੀ। ਉਹਨਾਂ ਦੇ ਸ਼ਰੀਕ ਅਵਤਾਰ ਹੈਨਰੀ ਉਹਨਾਂ ਦੇ ਨਾਲ ਲਾਤੇ ਆ। ਇਹ ਕਿਸ ਤਰ੍ਹਾਂ ਦਾ ਐਕਸਪੈਰੀਮੈਂਟ ਕਰਨਾ ਚਾਹ ਰਹੀ ਹੈ ਕਾਂਗਰਸ? ਉੱਥੇ ਕਿਸ ਤਰੀਕੇ ਨਾਲ ਇਕੱਠੇ ਹੋ ਕੇ ਇਹ ਯੁੱਧ ਲੜਨਗੇ ਕਿ ਆਪਸ ਵਿੱਚ ਲੜਨਗੇ? ਜਿਸ ਤਰੀਕੇ ਨਾਲ ਕੱਲ ਕਾਂਗਰਸ ਨੇ ਆਪਣਾ ਕੈਂਡੀਡੇਟ ਬਾਈ ਇਲੈਕਸ਼ਨ ਵਾਸਤੇ ਚੌਧਰੀ ਪਰਿਵਾਰ ਯਾਨੀ
ਮਰਹੂਮ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਪਤਨੀ ਡਾਕਟਰ ਕਰਮਜੀਤ ਕੌਰ ਉਹਨਾਂ ਨੂੰ ਆਪਣਾ ਕੈਂਡੀਡੇਟ ਐਲਾਨਤਾ। ਬਾਕੀ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਤੇ ਸੈਨਾ ਤੇ ਪੂਰੀ ਤਿਆਰ ਹੈ। ਸੈਨਾਪਤੀ ਕੌਣ ਹੋਏਗਾ ਜਾਂ ਫਿਰ ਆਪਾਂ ਕਹੀਏ ਕਿ ਬਰਾਤੀ ਤਿਆਰ ਨੇ, ਲਾੜਾ ਕੌਣ ਹੋਏਗਾ ਹਜੇ ਤੱਕ ਨਹੀਂ ਪਤਾ ਲੱਗ ਰਿਹਾ। ਆਮ ਆਦਮੀ ਪਾਰਟੀ ਉਸ ਲਾੜੇ ਦੀ ਤਲਾਸ਼ ਦੇ ਵਿੱਚ ਕਈ ਨਾਂ ਚੱਲੇ, ਕਦੀ ਕੇਪੀ ਸਾਹਿਬ ਦਾ ਨਾਂ ਚੱਲਦਾ ਸੀਗਾ ਤੇ ਕਦੀ ਪਵਨ ਕੁਮਾਰ ਟੀਨੂ ਉਹਨਾਂ ਦਾ, ਤੇ ਹੁਣ ਫਾਈਨਲੀ ਇੰਪੋਰਟ ਕੀਤਾ ਜਾਏਗਾ ਲਾੜਾ ਕਿ ਆਪਣਾ ਘਰੋਂ ਕੋਈ ਕੱਢਣਗੇ, ਇਹ ਪਤਾ ਨਹੀਂ। ਭਾਜਪਾ ਦੀ ਗੱਲ ਕਰੀਏ ਤੇ ਪੁਰਾਣੇ ਚਿਹਰੇ ਉਸ ਰੇਸ ਦੇ ਵਿੱਚ ਨਜ਼ਰ ਤੇ ਆਉਂਦੇ ਨੇ, ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕੋਈ ਨਵਾਂ ਜਾਂ ਫਰੈਸ਼ ਚਿਹਰਾ ਪੇਸ਼ ਕਰਨਾ ਚਾਹੁੰਦੀ ਹੈ। ਉਹ ਫਰੈਸ਼ ਚਿਹਰਾ ਕਿਹੜਾ ਹੋਏਗਾ ਹਜੇ ਤੱਕ ਕੋਈ ਪਤਾ ਨਹੀਂ। ਹੁਣ ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਪਵਨ ਕੁਮਾਰ ਟੀਨੂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ, ਔਰ ਆਪਾਂ ਮੰਨ ਕੇ ਚੱਲੀਏ ਕਿ ਵੀ ਤਕਰੀਬਨ 90% ਅਕਾਲੀ ਦਲ ਦਾ ਕੈਂਡੀਡੇਟ ਪਵਨ ਕੁਮਾਰ ਟੀਨੂ ਉਹਨਾਂ ਹੀ ਹੋਣਗੇ। ਇਹ ਲੜਾਈ ਛਿੜ ਚੁੱਕੀ ਹੈ, ਸੈਨਾ ਤਿਆਰ ਹੋ ਚੁੱਕੀ ਹੈ। ਤੁਸੀਂ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਗੱਲ ਕੀਤੀ, ਕੈਂਪੇਨ ਕਮੇਟੀ ਦੇ ਚੇਅਰਮੈਨ ਬਣਾਏ ਨੇ, ਔਰ ਉਹ ਕਿਉਂ ਬਣਾਏ ਨੇ? ਰਾਣਾ ਗੁਰਜੀਤ ਸਿੰਘ ਉਹ ਸ਼ਖਸ ਨੇ ਜਿਹੜੇ ਆਪਣੇ ਪੁੱਤਰ ਨੂੰ ਬਤੌਰ ਇੰਡੀਪੈਂਡੈਂਟ ਆਪਣੀ ਗਵਾਂਢੀ ਕੌਂਸਟੀਚੁਐਂਸੀ ਤੋਂ ਇਹ ਹਿੱਕ ਤੇ ਕਿਹਦਾ ਪਟਾਂ ਤੇ ਲੱਤ ਮਾਰ ਕੇ ਹੱਥ ਮਾਰ ਕੇ ਜਿਤਾਉਂਦੇ ਨੇ ਕਿ ਵੀ ਆ ਜਾਓ, ਜੇ ਮੇਰਾ ਪੁੱਤਰ ਨਾ ਜਿੱਤਿਆ ਨਾ ਤੇ ਰਾਜਨੀਤੀ ਨਹੀਂ ਛੱਡ ਦੂੰਗਾ। ਉਦਾਂ ਦੇ ਹਾਲਾਤ ਦੇ ਵਿੱਚ ਉਸ ਵਿਅਕਤੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ, ਔਰ ਰਾਣਾ ਗੁਰਜੀਤ ਉਹਨਾਂ ਦਾ ਲੋਹਾ ਜਲੰਧਰ ਦੇ ਵਿੱਚ ਹਜੇ ਵੀ ਲੋਕੀ ਮੰਨਦੇ ਨੇ, ਕਿਉਂਕਿ ਇੱਥੇ ਉਹ ਬਤੌਰ ਮੈਂਬਰ ਆਫ ਪਾਰਲੀਮੈਂਟ ਇੱਕ ਵਾਰ ਇਲੈਕਟ ਵੀ ਹੋ ਚੁੱਕੇ ਨੇ, ਔਰ ਇੱਥੇ ਉਹਨਾਂ ਦੇ ਪੂਰੇ ਲਿੰਕ ਵੀ ਜ਼ਬਰਦਸਤ ਹੈਗੇ ਨੇ। ਉਹਨਾਂ ਦੇ ਨਾਲ ਕੋ ਚੇਅਰਮੈਨ ਜਿਨ੍ਹਾਂ ਨੂੰ ਬਣਾਇਆ ਉਹ ਵੀ ਆਪਣੇ ਆਪ ਵਿੱਚ ਇੱਕ ਬਾਹੂਬਲੀ ਨੇਤਾ ਦੇ ਰੂਪ ਵਿੱਚ ਇੱਕ ਟਾਈਮ ਵਿੱਚ ਜਾਣੇ ਜਾਂਦੇ ਸੀਗੇ, ਅਵਤਾਰ ਹੈਂਦਰੀ। ਪਰ ਅਵਤਾਰ ਹੈਂਦਰੀ ਔਰ ਰਾਣਾ ਗੁਰਜੀਤ ਉਹਨਾਂ ਦੀ ਬਹੁਤੀ ਬਣਦੀ ਨਹੀਂ। ਇਹ ਰਾਜਨੀਤਿਕ ਸਰਕਲ ਦੇ ਵਿੱਚ ਬੜੀ ਆਮ ਜੀ ਗੱਲ ਹੈਗੀ ਹੈ। ਜੇ ਜਲੰਧਰ ਦੇ ਖੇਮਿਆਂ ਦੀ ਗੱਲ ਕਰੀਏ ਤੇ ਰਾਣਾ ਗੁਰਜੀਤ ਉਹਨਾਂ ਦਾ ਖੇਮਾ, ਜਿਹਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਦੂਜਾ ਜਿਹੜੇ ਸ਼ਾਹਕੋਟ ਦੇ ਐਮਐਲਏ ਲਾਡੀ ਉਹਨਾਂ ਆਉਂਦੇ ਨੇ, ਉਹਨਾਂ ਦੇ ਜਿਹੜੇ ਅਵਤਾਰ ਹੈਂਦਰੀ ਜੂਨੀਅਰ, ਹੈਨਰੀ ਸਾਹਿਬ ਦੇ ਬੇਟੇ, ਉਹਨਾਂ ਦੇ ਨਾਲ ਕਦੀ ਬਹੁਤੀ ਬਣੀ ਨਹੀਂ। ਹੁਣ ਐਦਾਂ ਦੇ ਹਾਲਾਤ ਵਿੱਚ ਚੇਅਰਮੈਨ ਸਾਹਿਬ ਤੇ ਕੋ ਚੇਅਰਮੈਨ ਸਾਹਿਬ ਕੀ ਆਪਣੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਪਾਣਗੇ? ਹਾਲਾਂਕਿ ਸਿੰਪਥੀ ਲਹਿਰ ਵੀ ਹੈਗੀ ਹੈ ਚੌਧਰੀ ਪਰਿਵਾਰ ਦੇ ਨਾਲ, ਕਿਉਂਕਿ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਔਰ ਉਹ ਜਿਸ ਤਰੀਕੇ ਨਾਲ ਭਾਰਤ ਜੋੜੋ ਯਾਤਰਾ ਦੇ ਵਿੱਚ ਚੱਲਦੇ ਹੋਏ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਇਹ ਆਪਣੇ ਆਪ ਵਿੱਚ ਇੱਕ ਸਿੰਪਥੀ ਲਹਿਰ ਵੀ ਜਲੰਧਰ ਦੇ ਵਿੱਚ ਚੱਲ ਰਹੀ ਹੈ। ਪਰ ਜਿੱਤੂਗਾ ਕੌਣ, ਇਹਦੀ ਗਾਰੰਟੀ, ਇਹਦੀ ਇੱਕ ਤਰੀਕੇ ਨਾਲ ਅਨਾਉਂਸਮੈਂਟ ਕਰਨਾ ਜਾਂ ਅੱਗੇ ਚੱਲ ਕੇ ਐਪਰੀਹੈਂਸ਼ਨ ਕਰਨਾ, ਉਹ ਆਪਣੇ ਆਪ ਵਿੱਚ ਬੜਾ ਮੁਸ਼ਕਿਲ ਹੈਗਾ, ਕਿਉਂਕਿ ਇਸ ਸੀਟ ਦੇ ਉੱਤੇ ਕੜਾ ਮੁਕਾਬਲਾ ਜ਼ਰੂਰ ਹੋਏਗਾ। ਇੰਦਰਪ੍ਰੀਤ ਜੀ, ਮੈਨੂੰ ਲੱਗਦਾ ਹੈ ਕਿ ਕਾਂਗਰਸ ਲਈ ਇਹ ਸੀਟ ਬਹੁਤ ਔਖੀ ਹੋਣ ਵਾਲੀ ਆ, ਔਰ ਜੇ ਇਸ ਮੌਕੇ ਤੇ ਮੈਂ ਇਹ ਕਹਿ ਦਵਾਂ ਕਿ ਇਹ ਇਤਿਹਾਸ ਦੁਹਰਾਇਆ ਜਾਊਗਾ। ਜਿਮਨੀ ਚੋਣ ਆਮ ਤੌਰ ਤੇ ਸੱਤਾਧਾਰੀ ਜਿੱਤ ਜਾਂਦੇ ਆ, ਔਰ ਇੱਥੋਂ ਵੀ ਸੱਤਾਧਾਰੀ ਜਿੱਤ ਜਾਣਗੇ ਇੰਜ ਲੱਗਦਾ। ਮੁੱਢਲੇ ਜਿੰਨੇ ਵੀ ਸਾਰੇ ਤੱਥ ਨੇ ਉਹਨਾਂ ਨੂੰ ਮੁਲਾਂਕਣ ਚ ਲਿਆਉਂਦੇ ਹੋ, ਇੱਥੇ ਸੰਗਰੂਰ ਨਹੀਂ, ਇੱਥੇ ਕੋਈ ਲਹਿਰ ਨਹੀਂ, ਇੱਥੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਧਰੁਵੀਕਰਨ ਨਹੀਂ ਹੋ ਪਾ ਰਿਹਾ। ਭਾਵੇਂ ਉੱਥੇ ਦਲਿਤ ਸੰਖਿਆ ਬਹੁਤ ਜ਼ਿਆਦਾ ਹੈ, ਪਰ ਸੱਤਾ ਦੇ ਨਾਲ ਮਾਝੇ ਤੇ ਦੁਆਬੇ 'ਚ ਜੁੜੇ ਰਹਿਣ ਦਾ ਪ੍ਰਚਲਨ ਆਮ ਹੈ। ਜਿਹਦੀ ਸੱਤਾ ਉਹਦੇ ਨਾਲ ਲੋਕ ਜੁੜ ਜਾਂਦੇ ਆ। ਦੂਜੀਆਂ ਪਾਰਟੀਆਂ ਦੇ ਥੱਲੇ ਦੇ ਵਰਕਰ ਸੱਤਾ ਵਾਲੀ ਧਿਰ ਨਾਲ ਹੌਲੀ ਹੌਲੀ ਜੁੜੀ ਜਾਂਦੇ ਆ, ਔਰ ਉਹਨਾਂ ਨੂੰ ਕ੍ਰੈਡਿਟ ਵੀ ਰਹਿੰਦਾ ਹੈ, ਪ੍ਰਸ਼ਾਸਨ ਵੀ ਕੋਲ ਹੁੰਦਾ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਇੱਥੋਂ ਏਡੀ ਆਸਾਨੀ ਨਾਲ ਨਹੀਂ ਹਾਰਦੀ। ਪਰ ਮੈਂ ਤੁਹਾਡੇ ਕੋਲ ਸਵਾਲ ਜਿਹੜਾ ਲੈ ਕੇ ਜਾਣਾ ਵੀ ਅਕਾਲੀ ਦਲ ਨੇ ਆਪਣੀ ਇੱਕ ਕੈਂਪੇਨ ਲਾਂਚ ਕੀਤੀ ਹੈ ਬਸਪਾ ਨਾਲ ਰਲ ਕੇ 17 ਤੋਂ, ਉਹਦੇ ਬਾਰੇ ਜਾਣਕਾਰੀ ਦੇ ਦਿਓ। ਜੇ ਇੱਥੋਂ ਪਵਨ ਕੁਮਾਰ ਟੀਨੂ ਲੜਦੇ ਆ, ਇਹ ਵੀ ਹੋ ਸਕਦਾ ਵੀ ਉਹ ਉਮੀਦਵਾਰ ਤਾਂ ਅਕਾਲੀ ਦਲ ਦੇ ਬੰਦੇ ਤਾਂ ਉਹ ਅਕਾਲੀ ਦਲ ਨੇ ਪਰ ਉਹਨਾਂ ਨੂੰ ਉਮੀਦਵਾਰ ਬਸਪਾ ਦਾ ਬਣਾਤਾ ਜਾਵੇ। ਇਹ ਵੀ ਸੰਭਵ ਆ ਕਿ ਉਹਨਾਂ ਨੂੰ ਬਸਪਾ ਦੀ ਵੋਟ ਪ੍ਰੋਪਰ ਟ੍ਰਾਂਸਫਰ ਹੋ ਸਕੇ, ਕਿਉਂਕਿ ਕਦੇ ਉਹ ਬਸਪਾ ਚੋਂ ਹੀ ਇੱਧਰ ਆਏ ਸੀ। ਉਹਨਾਂ ਨੂੰ ਉਮੀਦਵਾਰ ਬਸਪਾ ਦਾ ਬਣਾਇਆ ਜਾਵੇ, ਚੋਣ ਨਿਸ਼ਾਨ ਬਸਪਾ ਦਾ ਹੋਵੇ, ਲੇਕਿਨ ਬੰਦੇ ਅਕਾਲੀ ਦਲ ਦੇ ਹੋਣ। ਇਹ ਡਬਲ ਗੇਮ ਖੇਡੀ ਜਾ ਸਕਦੀ ਹੈ, ਤੇ ਇਹ ਸਾਰੀ ਗੱਲ ਦੇ ਵਿੱਚ ਜੇ ਉਹ 2 ਲੱਖ ਵੋਟ ਨੂੰ ਹੱਥ ਫੇਰ ਜਾਂਦੇ ਆ ਤੇ ਮੇਰੇ ਖਿਆਲ ਕਾਫੀ ਔਖਾ ਮੁਕਾਬਲਾ ਹੋਣ ਵਾਲਾ। ਰੰਧਾਵਾ ਸਾਹਿਬ, ਜਿਹੜੀ ਕਾਂਗਰਸ ਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਇੰਨੀ ਕਮਜ਼ੋਰ ਸਥਿਤੀ 'ਚ ਹੈ। ਉਹ ਸਿਰਫ ਇੱਕੋ ਹੀ ਸਥਿਤੀ 'ਚ ਹਾਰਨ ਦੀ ਪੋਜੀਸ਼ਨ 'ਚ ਹੈ ਜੇ ਕਾਂਗਰਸ ਨੂੰ ਕਾਂਗਰਸੀ ਹੀ ਹਰਾ ਦੇਣ। ਅਦਰਵਾਈਜ਼ ਉਹਨਾਂ ਦੀ ਸਟਰੋਂਗ ਹੈ ਪੋਜੀਸ਼ਨ। ਪਹਿਲਾਂ ਵੀ ਤੁਸੀਂ ਦੇਖੋ, ਅਗਰ ਇੰਨੀ ਹਨੇਰੀ ਦੇ ਵਿੱਚ ਅਗਰ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਕਿਤੇ ਫਾਇਦਾ ਹੋਇਆ ਤਾਂ ਉਹ ਇਸ ਜਲੰਧਰ ਜਾਂ ਦੁਆਬੇ ਹਲਕੇ 'ਚ ਮੈਂ ਕਹੂੰਗਾ ਕਿ ਉਹਨਾਂ ਨੂੰ ਫਾਇਦਾ ਹੋਇਆ। ਸੋ ਦੂਜਾ ਮੇਰਾ ਪੁਆਇੰਟ ਜਿਹੜਾ ਤੁਸੀਂ ਗੱਲ ਕੀਤੀ ਹੈ, ਦੇਖੋ ਚਰਨਜੀਤ ਚੰਨੀ ਇੱਕ ਇੰਪੋਰਟੈਂਟ ਸੀ, ਔਰ ਉਹ ਅਗਰ ਖੜਦੇ ਤਾਂ ਈਜ਼ੀਲੀ ਵਿਨ ਹੋ ਸਕਦੀ ਸੀ। ਪਰ ਹੁਣ ਕਿਉਂਕਿ ਉਹਨਾਂ ਨੂੰ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਿਆ ਤਾਂ ਸ਼ਾਇਦ ਇਸ ਤੋਂ ਕਾਂਗਰਸ ਥੋੜਾ ਡਰ ਗਈ ਹੈ।
ਕਿ ਕਿਤੇ ਇਸ ਦਾ ਜ਼ਿਆਦਾ ਗਲਤ ਇੰਪੈਕਟ ਨਾ ਆ ਜਾਏ। ਇਸ ਕਰਕੇ ਸਿੰਪਥੀ ਵੋਟ ਵੀ ਉਹਨਾਂ ਨਾਲ ਹੈ, ਹੱਕ ਵੀ ਉਹਨਾਂ ਦਾ ਬਣਦਾ ਹੈ, ਤੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਉਹ ਸੀਟ ਦੇ ਦਿੱਤੀ ਗਈ ਹੈ। ਦੂਸਰਾ ਜਿਹੜਾ ਤੁਸੀਂ ਅਕਾਲੀ ਬਸਪਾ ਦਾ ਉਹ ਕਿਹਾ, ਦੇਖੋ 1 ਸਾਲ ਪੂਰਾ ਹੋਣ ਵਾਲਾ ਹੈ ਸਰਕਾਰ ਨੂੰ, ਪਰਸੋਂ ਚੌਥੇ 1 ਸਾਲ ਪੂਰਾ ਹੋ ਜਾਏਗਾ, ਤਾਂ ਉਹਦੇ ਵਿੱਚ 1 ਸਾਲ ਦੇ ਵਿੱਚ ਅਕਾਲੀ ਦਲ ਨੇ ਇਹ ਲਹਿਰ ਛੇੜੀ ਹੈ ਹੁਣ ਕਿ ਅਸੀਂ ਸਰਕਾਰ ਦੇ ਖਿਲਾਫ ਚੱਲਾਂਗੇ, ਉਹ ਪੰਜਾਬ ਬਚਾਓ ਇੱਕ ਮੁਹਿੰਮ ਕੱਢਣ ਜਾ ਰਹੇ ਨੇ। ਐਕਚੁਅਲੀ ਉਹਦਾ ਮਕਸਦ ਕੱਲੀ ਲੋਕ ਸਭਾ ਇਲੈਕਸ਼ਨ ਹੀ ਹੈ, ਉਹਦਾ ਬਾਕੀ ਦਾ ਨਹੀਂ ਹੈ। ਪਰ ਜਿਹੜਾ ਤੁਸੀਂ ਕਿਹਾ ਹੈ ਕਿ ਪਵਨ ਟੀਨੂ ਨੂੰ ਬਸਪਾ ਤੋਂ ਟਿਕਟ ਮਿਲ ਜੇਗੀ, ਇਹਦੇ ਉੱਤੇ ਕਾਫੀ ਚਰਚਾ ਚੱਲ ਤਾਂ ਰਹੀ ਹੈ, ਲੇਕਿਨ ਹਜੇ ਇਸ ਤੇ ਕੋਈ ਫਾਈਨਲ ਫੈਸਲਾ ਨਹੀਂ ਲਿਆ, ਕਿਉਂਕਿ ਬਸਪਾ ਨੇ ਕਿਹਾ ਹੋਇਆ ਕਿ ਅਸੀਂ ਇਹ ਸੀਟ ਨਹੀਂ ਲੜਾਂਗੇ, ਫਿਲਹਾਲ ਨਹੀਂ ਲੜਾਂਗੇ, ਅਕਾਲੀ ਦਲ ਹੀ ਲੜੇ। ਸੋ ਮੈਨੂੰ ਲੱਗਦਾ ਕਿ ਲੜਨਗੇ, ਅਕਾਲੀ ਦਲ ਵੱਲੋਂ ਹੀ ਲੜੀ ਜਾਏਗੀ ਔਰ ਪਵਨ ਟੀਨੂ ਹੀ ਲੜਨਗੇ, ਕਿਉਂਕਿ ਸਭ ਤੋਂ ਉਪਯੁਕਤ ਕੈਂਡੀਡੇਟ ਹੈ। ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਣਾ, ਅੱਛੇ ਵੋਟ ਅੱਛਾ ਲਾਏ ਜਾਂਦੇ ਆ ਉਹ, ਬਸਪਾ ਦਾ ਵੋਟ ਉਹਨਾਂ ਨੂੰ ਪੈ ਜਾਂਦਾ ਹੈ। ਬਸਪਾ ਦੀ ਉਹਨਾਂ ਨੂੰ ਫਿਕਰ ਨਹੀਂ ਹੈਗੀ, ਕਿਉਂਕਿ ਉਹ ਆਲਰੇਡੀ ਬਸਪਾ ਚੋਂ ਹੀ ਆਏ ਹੋਏ ਹੈ, ਔਰ ਬਸਪਾ ਦਾ ਵੋਟ ਉਹਨਾਂ ਨੂੰ ਟ੍ਰਾਂਸਫਰ ਕਰਨ 'ਚ ਕੋਈ ਦਿੱਕਤ, ਬਸਪਾ ਨੂੰ ਆਪਣਾ ਵੋਟ ਟ੍ਰਾਂਸਫਰ ਕਰਨ 'ਚ ਕੋਈ ਦਿੱਕਤ ਨਹੀਂ ਹੁੰਦੀ ਉਹਨਾਂ ਨੂੰ। ਸੋ ਅਗਰ ਉਹ ਕੱਲੇ ਟੀਨੂ ਹਿਸਾਬ ਨਾਲ ਹੈ, ਬਾਕੀ ਅਗਰ ਕੋਈ ਕੈਂਡੀਡੇਟ ਹੋਰ ਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਦਿੱਕਤ ਆ ਸਕਦੀ ਹੈ। ਆਮ ਆਦਮੀ ਪਾਰਟੀ ਵੀ ਠੀਕ ਹੈ, ਤੁਸੀਂ ਇੱਕ ਨਾਮ ਛੋੜ ਗਏ, ਚਰਨਜੀਤ ਅਟਵਾਲ ਹੋਣਾ ਦਾ ਵੀ ਨਾਂ ਚੱਲ ਰਿਹਾ ਹੈ ਕਿ ਚਰਨਜੀਤ ਅਟਵਾਲ ਹੋਣੀ ਕੀ ਬਸਪਾ 'ਚ ਜਾ ਰਹੇ ਹੈ, ਇਸ ਸੌਰੀ ਆਮ ਆਦਮੀ ਪਾਰਟੀ 'ਚ ਜਾ ਰਹੇ ਹੈ, ਇਹਦੀ ਵੀ ਕਨਸੋਹਾਂ ਚੱਲ ਰਹੀਆਂ ਨੇ। ਹਾਲਾਂਕਿ ਇਹ ਮੈਨੂੰ ਕੋਈ ਉਹ ਨਹੀਂ ਕਰ ਰਿਹਾ ਕਿ ਇਹ ਬਿਲਕੁਲ ਮੇਰੀ ਸਹੀ ਖਬਰ ਹੈ, ਪਰ ਮੈਨੂੰ ਇਸ ਦਾ ਅੰਦਾਜ਼ਾ ਜਿਹਾ ਹੋ ਰਿਹਾ ਕਿ ਕਿਉਂਕਿ ਆਮ ਆਦਮੀ ਪਾਰਟੀ ਕੋਲ ਕੋਈ ਸਟਰੋਂਗ ਲੀਡਰ ਨਹੀਂ ਹੈ ਜਿਹਦੀ ਮਤਲਬ ਦਲਿਤ ਆਬਾਦੀ ਦੇ ਵਿੱਚ ਵੀ ਅੱਛਾ ਹੋਲਡ ਹੋਏ ਔਰ ਸਿੱਖਾਂ ਦੇ ਵਿੱਚ ਵੀ ਚੰਗਾ ਹੋਲਡ ਹੋਏ, ਤਾਂ ਅਟਵਾਲ ਸਾਹਿਬ ਇਸ ਕਮੀ ਨੂੰ ਪੂਰਾ ਕਰ ਸਕਦੇ ਹੈ ਜੇ ਉਹਨਾਂ ਨੂੰ ਆਮ ਆਦਮੀ ਪਾਰਟੀ ਬਣਾ ਲੈਂਦੀ ਹੈ। ਫਿਰ ਜਿਹੜੀ ਤੁਹਾਡੀ ਗੱਲ ਬਿਲਕੁਲ ਠੀਕ ਹੋਏਗੀ ਕਿ ਫਿਰ, ਕਿਉਂਕਿ ਨਾ ਤਾਂ ਅਟਵਾਲ ਸਾਹਿਬ ਦੇ ਉੱਤੇ ਕਿਸੇ ਕਿਸਮ ਦਾ ਕੋਈ ਐਲੀਗੇਸ਼ਨ ਹੈ ਔਰ ਥੋੜੇ ਜਿਹੇ ਸੋਭੇ ਜੇ ਹੈਗੇ ਆ ਉਹ, ਤਾਂ ਮੈਨੂੰ ਲੱਗਦਾ ਕਿ ਫਿਰ ਉਹ ਇੱਕ ਚੰਗੀ ਫਾਈਟ ਦੇ ਸਕਣ ਦੀ ਸਮਰੱਥਾ 'ਚ ਤਾਂ ਆਈ ਜਾਏਗੀ ਪਾਰਟੀ। ਇਹ ਸੋਬਰ ਫੇਸ ਹੈਗੇ ਨੇ, ਪਰ ਅਜੇ ਬਹੁਤ ਇਨੀਸ਼ੀਅਲ ਦੌਰ ਦੀ ਗੱਲਬਾਤ ਹੈ। ਲੇਕਿਨ ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਨਾ ਚਾਹੂੰਗਾ, ਜੇ ਪਵਨ ਕੁਮਾਰ ਟੀਨੂ ਲੜਦੇ ਨੇ, ਅਕਾਲੀ ਦਲ ਪੂਰੀ ਜ਼ੋਰ ਨਾਲ ਗੇਮ ਖੇਡਦਾ, ਪੈਸੇ ਖਰਚਦਾ ਹੈ ਔਰ ਬਸਪਾ ਦੀ ਵੋਟ ਟ੍ਰਾਂਸਫਰ ਹੋ ਜਾਂਦੀ ਹੈ, ਤੇ ਉਹ ਨੁਕਸਾਨ ਕਾਂਗਰਸ ਨੂੰ ਹੋਣ ਵਾਲਾ ਹੈ। ਔਰ ਕਿਉਂਕਿ ਪੰਜਾਬ ਦੇ ਵਿੱਚ ਹੁਣ ਪ੍ਰੈਡਿਕਸ਼ਨ ਦੇ ਦੌਰ 'ਚ ਕਦੇ ਖੜੇ ਨਹੀਂ, ਆਪਾਂ 2022 'ਚ ਦੇਖਿਆ ਟੋਟਲ ਪ੍ਰੈਡਿਕਸ਼ਨਸ ਪਾਸੇ ਕਰਤੀਆਂ ਲੋਕਾਂ ਨੇ। ਲੋਕ ਦਾ ਵੋਟ ਪੈਟਰਨ ਦੁਆਬੇ 'ਚ ਟੋਟਲੀ ਬਦਲ ਜਾਊਗਾ, ਰਵਾਇਤੀ ਸੀਟ ਵਰਗੀ ਕੋਈ ਗੱਲ ਇੱਥੇ ਨਹੀਂ ਰਹਿਣ ਵਾਲੀ, ਇਹ ਮੇਰਾ ਨਿੱਜੀ ਮੰਨਣਾ ਹੈ। ਔਰ ਜਿੰਨੇ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਹੈ, ਮੈਨੂੰ ਲੱਗਦਾ ਕਿ ਕਾਂਗਰਸ ਨੂੰ ਬਹੁਤ ਪਸੀਨਾ ਵਹਾਉਣਾ ਪਏਗਾ। ਇਹ ਕੋਈ ਵੀ ਰਵਾਇਤੀ ਸੀਟ ਨਹੀਂ ਹੋਊਗੀ ਇਸ ਵਾਰੀ, ਔਰ ਇਹ ਬਹੁਤ ਜ਼ੋਰਦਾਰ ਮੁਕਾਬਲਾ ਹੋਣ ਵਾਲਾ। ਤੇ ਕੋਈ ਵੀ ਧਿਰ, ਕਿਉਂਕਿ ਅਕਾਲੀ ਦਲ ਦੀ ਹੋਣ ਦਾ ਸਵਾਲ ਹੈ, ਜੇ ਉਹ ਵੋਟ ਪ੍ਰਤੀਸ਼ਤ ਨਹੀਂ ਸੁਧਾਰਦੇ ਤਾਂ ਸੁਖਬੀਰ ਸਿੰਘ ਬਾਦਲ ਲਈ ਇੱਕ ਬਹੁਤ ਵੱਡੀ ਚੁਣੌਤੀ ਸਾਹਮਣੇ ਖੜੀ ਹੈ। ਤੇ ਇਹੀ ਸਵਾਲ ਸਭ ਤੋਂ ਵੱਡਾ ਹੋਊਗਾ ਕਿ ਕਿੰਨੇ ਲੋਕ ਅਕਾਲੀਆਂ ਦੇ, ਕਾਂਗਰਸ ਦੇ, ਬਸਪਾ ਦੇ, ਬੀਜੇਪੀ ਦੀ, ਤੁਸੀਂ ਬੀਜੇਪੀ ਨੂੰ ਮਾਈਨਸ ਕਰ ਗਏ, ਬੀਜੇਪੀ ਕਿਸ ਕੈਂਡੀਡੇਟ ਲਈ ਦੌੜ ਭੱਜ ਕਰ ਰਹੀ ਹੈ, ਇਹ ਵੀ ਬੜਾ ਦਿਲਚਸਪ ਆ ਦੇਖਣ ਵਾਲਾ। ਉਹ ਕਿਹਨੂੰ ਬਾਹਰੋਂ ਲਿਆ ਸਕਦੇ, ਇਹ ਵੀ ਦੇਖਣ ਵਾਲਾ ਹੈ। ਹੁਣ ਇਹਦੇ ਵਿੱਚ ਕੌਣ ਕਿੰਨਾ ਪ੍ਰਯੋਗ ਕਰਦਾ ਹੈ ਆਪਣੇ ਬਲ ਨੂੰ, ਉਹ ਭਾਵੇਂ ਪੈਸਿਆਂ ਦਾ ਹੋਵੇ ਜਾਂ ਦੂਜਾ, ਉਹ ਨਿਰਧਾਰਿਤ ਕਰੂਗਾ ਕਿ ਕੌਣ ਕਿੰਨੇ ਪਾਣੀ 'ਚ ਹੈ। ਮੈਨੂੰ ਲੱਗਦਾ ਸੱਤਾਧਾਰੀ ਧਿਰ ਦੇ ਨਾਲ ਲੋਕ ਹੌਲੀ ਹੌਲੀ ਸਾਡੇ ਮਾਝੇ ਔਰ ਦੁਆਬੇ 'ਚ ਜੁੜ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਨਿੱਕੇ ਮੋਟੇ ਕੰਮਾਂ ਨਾਲ ਹੁੰਦਾ ਹੈ। ਔਰ ਦੂਜੀਆਂ ਪਾਰਟੀਆਂ ਦੇ ਲੋਕ, ਪੰਚ ਸਰਪੰਚ ਬੜੇ ਇੱਧਰ ਆ ਜਾਂਦੇ ਆ, ਕਿਉਂਕਿ ਜਿਸ ਤਰ੍ਹਾਂ ਦੀਆਂ ਜਾਂਚਾਂ ਤੇ ਬਾਕੀ ਚੀਜ਼ਾਂ ਨੇ, ਉਹ ਬੜਾ ਅਹਿਮ ਸਵਾਲ ਆ। ਮੈਨੂੰ ਲੱਗਦਾ ਅਸੀਂ ਕਾਫੀ ਅੱਗੇ ਲੰਘ ਆਏ ਆ। ਭਾਸਕਰ ਸਾਹਿਬ ਜਾਂਦੇ ਜਾਂਦੇ, ਭੋਲੇ ਨੂੰ ਇੱਕ ਦਿਨ ਲਈ ਜ਼ਮਾਨਤ ਮਿਲੀ ਅੱਜ ਲਈ, ਉਹਨੇ ਆਪਣੀ ਮਾਂ ਨੂੰ ਮਿਲਣ ਜਾਣਾ ਸਾਲਾਂ ਬਾਅਦ। ਤੇ ਇਸੇ ਤਰੀਕੇ ਨਾਲ ਆਸ਼ੀਸ਼ ਕਪੂਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਤੁਹਾਨੂੰ ਯਾਦ ਹੋਣਾ ਪੂਨਮ ਸਿੰਘ ਨੇ ਕੋਰਟ ਦੇ ਵਿੱਚ ਇਹ ਬਿਆਨ ਦਿੱਤੇ ਸੀ ਕਿ ਮੈਨੂੰ ਜ਼ੀਰਕਪੁਰ ਥਾਣੇ 'ਚ ਥੱਪੜ ਮਾਰੇ। ਕਿਉਂ ਨਹੀਂ ਪੁਲਿਸ, ਕਿਉਂਕਿ ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਤੇ ਚੱਲ ਰਿਹਾ, ਲੇਕਿਨ ਇਹ ਦੂਜੇ ਮਾਮਲੇ ਜਿਹੜੇ ਆ ਇਹ ਖਟਾਈ 'ਚ ਪਏ ਹੋਏ ਆ। ਗਵਰਨਰ ਚਿੱਠੀ ਲਿਖ ਦਿੰਦੇ ਆ, ਕੋਰਟ ਇਹਦੇ 'ਚ ਸਖਤ ਹੋ ਜਾਂਦੀ ਹੈ, ਪਰ ਹੁਣ ਫਿਰ ਉਹ ਲੜਕੀ ਨੂੰ ਕੋਰਟ 'ਚ ਜਾਣਾ ਪੈ ਰਿਹਾ ਕਿ ਆਹ ਦੇਖੋ ਕੀ ਹੋ ਰਿਹਾ। ਇਹ ਦੋ ਮਾਮਲੇ ਮਾੜੇ ਜਿਹੇ ਐਡਰੈਸ ਕਰ ਦਿਓ। ਕੱਲ ਆਸ਼ੀਸ਼ ਕਪੂਰ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਫੈਸਲਾ ਹੋਣਾ ਸੀਗਾ ਤੇ ਵਾਇਰਲ ਹੋ ਗਈ ਉਹ ਵੀਡੀਓ, ਜਦ ਜ਼ੀਰਕਪੁਰ ਥਾਣੇ ਦੇ ਵਿੱਚ ਆਸ਼ੀਸ਼ ਕਪੂਰ ਉਸ ਪੂਨਮ ਸਿੰਘ ਨੂੰ ਥੱਪੜ ਮਾਰਦੇ ਨੇ, ਔਰ ਇੰਨੀ ਕੁ ਵਾਇਰਲ ਹੋਈ, ਜੱਜ ਸਾਹਿਬ ਨੇ ਵੀ ਇਹਦਾ ਇੱਕ ਕੌਗਨੀਜੈਂਸ ਲਿਆ ਤੇ ਉਸ ਬੇਲ ਨੂੰ ਰਿਜੈਕਟ ਕਰਤਾ। ਆਉਣ ਵਾਲੇ ਟਾਈਮ ਵਿੱਚ ਆਸ਼ੀਸ਼ ਕਪੂਰ ਦੀ ਮੁਸੀਬਤਾਂ ਵੱਧ ਸਕਦੀਆਂ, ਉਹ ਵੀ ਖਾਸ ਕਰਕੇ ਤਦ
ਜਦ ਪੂਨਮ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨੂੰ ਕੰਪਲੇਂਟ ਕੀਤੀ ਸੀ ਲਿਖਿਤ, ਔਰ ਉਸ ਕੰਪਲੇਂਟ ਨੂੰ ਰੈਫਰ ਕਰਤਾ ਸੀਗਾ ਸਰਕਾਰ ਨੂੰ ਮਤਲਬ ਭਗਵੰਤ ਮਾਨ ਉਹਨਾਂ ਨੂੰ, ਕਿ ਵੀ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਐਕਸ਼ਨ ਲੈ ਰਹੇ ਹੋ। ਹਾਲਾਂਕਿ ਬਹੁਤਾ ਐਕਸ਼ਨ ਸਰਕਾਰ ਨੇ ਤੇ ਨਹੀਂ ਲਿੱਤਾ, ਪਰ ਇਸ ਵੀਡੀਓ ਨੇ ਆਸ਼ੀਸ਼ ਕਪੂਰ ਦੀ ਮੁਸੀਬਤਾਂ ਵਧਾ ਦਿੱਤੀਆਂ। ਤੁਹਾਨੂੰ ਯਾਦ ਹੋਏਗਾ ਰੰਧਾਵਾ ਜੀ, ਪਿਛਲੇ ਦਿਨਾਂ ਦੇ ਵਿੱਚ ਕੋਮਲ ਕਪੂਰ, ਆਸ਼ੀਸ਼ ਕਪੂਰ ਉਹਨਾਂ ਦੀ ਪਤਨੀ ਨੂੰ ਜਾਂਚ ਵਾਸਤੇ ਬੁਲਾਇਆ ਸੀਗਾ ਵਿਜੀਲੈਂਸ ਬਿਊਰੋ ਨੇ, ਔਰ ਇੱਕ ਪ੍ਰਾਪਰਟੀ ਦੇ ਫਾਰਮ ਜਿਹੜਾ ਵਿਜੀਲੈਂਸ ਦਿੰਦੀ ਹੁੰਦੀ ਹੈ, ਉਹ ਫਾਰਮ ਦਿੱਤਾ ਸੀਗਾ ਕਿ ਹਫ਼ਤੇ 10 ਦਿਨ ਦੇ ਵਿੱਚ ਇਸ ਫਾਰਮ ਨੂੰ ਭਰ ਕੇ ਆਓ। ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਪਤੀ ਪਤਨੀ ਨੇ ਬਹੁਤ ਵਿਦੇਸ਼ੀ ਦੌਰੇ ਕੀਤੇ, ਉਹਨਾਂ ਵਿਦੇਸ਼ੀ ਦੌਰਿਆਂ ਦੇ ਵਿੱਚ ਖਰਚੇ ਕਿੱਦਾਂ ਹੋਏ, ਪੈਸੇ ਕਿੱਥੋਂ ਆਏ, ਇਹਦੀ ਜਾਂਚ ਤੇ ਵਿਜੀਲੈਂਸ ਕਰ ਹੀ ਰਹੀ ਹੈ। ਪਰ ਰੇਪ ਦੇ ਮਾਮਲੇ ਦੇ ਵਿੱਚ ਵੀ ਕੋਰਟ ਅੱਗੇ ਵੱਧਦੇ ਨਜ਼ਰ ਆ ਰਹੇ ਨੇ, ਔਰ ਆਉਣ ਵਾਲੇ ਟਾਈਮ ਵਿੱਚ ਰੇਪ ਦਾ ਵੀ ਇੱਕ ਮਾਮਲਾ ਆਸ਼ੀਸ਼ ਕਪੂਰ ਉਹਨਾਂ ਦੇ ਖਿਲਾਫ ਦਰਜ ਹੋ ਸਕਦਾ ਹੈ। ਜਗਦੀਸ਼ ਭੋਲਾ ਦੀ ਗੱਲ ਕਰੀਏ ਤੇ ਭੋਲਾ ਬਹੁਤ ਟਾਈਮ ਤੋਂ ਇੱਕ ਹੈ ਤੇ ਫਾਰਮਰ ਡੀਐਸਪੀ, ਯਾਨੀ ਡੀਐਸਪੀ ਪੰਜਾਬ ਪੁਲਿਸ ਵਿੱਚ ਹੁੰਦਾ ਸੀਗਾ। ਡਰੱਗ ਦੇ ਉਹ 6000 ਕਰੋੜੀ ਮਾਮਲੇ ਦੇ ਵਿੱਚ ਅੰਦਰ ਸੀਗਾ, ਪਰ ਇੱਕ ਦਿਨ ਦੀ ਪੈਰੋਲ ਮਿਲੀ। ਮਾਂ ਨੂੰ ਮਿਲਣ ਵਾਸਤੇ, ਉਹਨਾਂ ਦੀ ਮਾਂ ਬਿਮਾਰ ਹੈ ਸ਼ਾਇਦ ਦਿੱਲੀ ਦੇ ਵਿੱਚ, ਪਰ ਇਸ ਭੋਲੇ ਨੇ ਮਜੀਠੀਆ ਉਹਨਾਂ ਦੀ ਮੁਸੀਬਤਾਂ ਉਸ ਵਕਤ ਵਧਾ ਦਿੱਤੀ ਸੀ ਜਦ ਅਦਾਲਤ ਤੋਂ ਬਾਹਰ ਨਿਕਲਦੇ ਹੋਏ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਨਾਂ ਲੈ ਲਿਆ ਸੀ, ਤੇ ਉਸ ਸਟੇਟਮੈਂਟ ਦੇ ਬੇਸ ਤੇ ਈਡੀ ਨੇ ਆਪਣੀ ਇਨਕੁਆਇਰੀ ਕੀਤੀ। ਈਡੀ ਤੋਂ ਬਾਅਦ ਐਸਟੀਐਫ ਨੇ ਆਪਣੀ ਇਨਕੁਆਇਰੀ ਕੀਤੀ। ਹਰਪ੍ਰੀਤ ਸਿੱਧੂ ਉਹਨਾਂ ਦੀ ਵੀ ਰਿਪੋਰਟ ਦੇ ਉੱਤੇ ਇੱਕ ਐਕਸ਼ਨ ਵੀ ਪਿੱਛੇ ਪੰਜਾਬ ਲੈਂਦੀ ਹੋਈ ਨਜ਼ਰ ਆਈ, ਔਰ ਉਹਨਾਂ ਨੇ FIR 18 ਜਾਂ 20 ਦਸੰਬਰ 2022 ਨੂੰ ਸਿਧਾਰਥ ਚਟੋਪਾਧਿਆ ਉਹਨਾਂ ਨੇ ਜਿਹੜੀ ਕੀਤੀ ਸੀ ਮਜੀਠੀਆ ਉਹਨਾਂ ਦੇ ਖਿਲਾਫ। ਫਿਲਹਾਲ ਉਸ ਮੁੱਦੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਤੇ ਬੇਲ ਤੇ ਤੁਰ ਰਹੇ ਨੇ। ਜਗਦੀਸ਼ ਭੋਲਾ ਉਹਨਾਂ ਨੂੰ ਪਹਿਲੀ ਵਾਰ ਹੈ ਬੇਲ ਜਾਂ ਪੈਰੋਲ ਮਿਲੀ ਹੈ। ਬਹੁਤ ਮਿਹਰਬਾਨ। ਧੰਨਵਾਦ ਜੀ।